ਸਾਖੀ 32ਵੀਂ। ਹਰਨਾਥ। ਗੁਰੂ ਅੰਗਦ ਦੇਵ ਜੀ ਦੀ ਕੀਰਤੀ ਹੁਣ ਦੂਰ ਦੂਰ ਫੈਲ ਗਈ ਸੀ। ਸਾਧੂ ਸੰਤਾਂ ਵਿੱਚ ਵੀ ਪਤਾ ਲੱਗ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਨਾਨਕ ਤੁਲ ਹੀ ਬੈਠਾ ਹੈ, ਗ੍ਰਸਥ ਵਿੱਚ ਨਿਰਵਾਣ ਮਾਰਗ ਚਲਾ ਰਿਹਾ ਹੈ। ਹਰਨਾਥ ਨਾਮੇ ਇੱਕ ਸਾਧੂ ਨੇ, ਜੋ ਅਕਸਰ ਰਮਤਾ ਹੀ ਰਹਿੰਦਾ ਸੀ, ਮਹਿਮਾ ਸੁਣੀ। ਵਿਦਵਾਨ ਤੇ ਤਿਆਗੀ ਸੀ, ਪਰ ਸੁਖੀ ਨਹੀਂ ਸੀ। ਉਹ ਫਿਰਦਾ ਫਿਰਦਾ ਗੁਰੂ ਕੇ ਦੁਆਰੇ ਆਇਆ। ਡੇਰਾ ਕਰਕੇ ਕੁਝ ਦਿਨ ਦੀਵਾਨ ਵਿੱਚ ਆਉਂਦਾ ਜਾਂਦਾ ਰਿਹਾ। ਇੱਕ ਦਿਨ ਇਕਾਂਤ ਵੇਖ ਕੇ ਨੇੜੇ ਆ ਬੈਠਾ ਤੇ ਆਖਣ ਲੱਗਾ, ਸਤਿਕਾਰਯੋਗ ਗੁਰੂ ਜੀ, ਮੈਂ ਆਪ ਤੋਂ ਇੱਕ ਸ਼ੰਕਾ ਨਿਵਰਤ ਕਰਨੀ ਹੈ। ਖੇਚਲ ਦੇਣ ਨੂੰ ਚਿੱਤ ਨਹੀਂ, ਜੋ ਆਪ ਨਿਜ ਸੁਖ ਵਿੱਚ ਰਹਿੰਦੇ ਹੋ, ਪਰ ਸੰਸਾ ਵਾਲੇ ਮਨਾਂ ਨੇ ਵੀ ਆਪ ਪਾਸ ਹੀ ਆਉਣਾ ਹੋਇਆ। ਗੁਰੂ ਜੀ ਮੁਸਕਰਾਏ ਤੇ ਬੋਲੇ, ਸਾਧ ਰਾਮ, ਮਨ ਨੂੰ ਸ਼ੰਕਾ ਪੁਰੀਆਂ ਹਨ ਤੇ ਮੂੰਹ ਨੇ ਕਰਨੀਆਂ ਹਨ। ਬੁੱਧੀ ਨੇ ਬਾਹੁਲੀਆਂ ਮਾਰਨੀਆਂ ਤੇ ਸ਼ੰਕਾ ਨਿਵਾਰਨੀਆਂ ਹਨ। ਪਰ ਟਿਕਾਉ ਸਿਦਕ ਦੇ ਘਰ ਵਸਦਾ ਹੈ। ਹਾਂ, ਕਈ ਵਾਰ ਸੰਸਾ ਨਿਵਰਤੀ ਹੋਈ ਵਿਸ਼ਵਾਸ ਦੇ ਘਰ ਲੈ ਜਾਂਦੀ ਹੈ, ਤੇ ਵਿਸ਼ਵਾਸ ਸਿਦਕ ਸ਼ਰਧਾ ਵਿੱਚ। ਹਰਨਾਥ, ਆਪ ਸਮਰੱਥ ਹੋ, ਸਤਿਕਾਰਯੋਗ ਹੋ। ਆਪ ਦੇ ਦੁਆਰੇ ਇੱਕ ਨਵੀਂ ਗੱਲ ਵਰਤ ਰਹੀ ਹੈ। ਉਸ ਸੰਬੰਧੀ ਪੁੱਛ-ਗਿੱਛ ਕਰਨੀ ਹੈ ਜੋ ਮੇਰੀ ਸਮਝੇ ਪੈ ਜਾਵੇ। ਗੁਰੂ ਜੀ, ਪੁੱਛੋ ਜੀ ਸਦਕੇ ਜੋ ਚਿੱਤ ਆਵੇ। ਹਰਨਾਥ, ਕਲਿਆਣ ਆਪੋ ਆਪਣੇ ਧਰਮ ਨਾਲ ਹੋਣੀ ਲਿਖੀ ਹੈ। ਆਪ ਦੇ ਦੁਆਰੇ ਜਗਿਆਸੂਆਂ ਨੂੰ ਵਰਣ ਆਸ਼ਰਮ ਦੇ ਧਰਮਾਂ ਦੀ ਵੰਡ ਮੂਜਬ ਉਪਦੇਸ਼ ਨਹੀਂ ਹੁੰਦਾ। ਉਹ ਵੰਡ ਹੀ ਛੱਡ ਦਿੱਤੀ ਗਈ ਹੈ। ਸਾਰੇ ਆਸ਼ਰਮਾਂ ਨੂੰ ਇੱਕੋ ਧਰਮ ਸਿਖਾਇਆ ਜਾਂਦਾ ਹੈ, ਜਿਸ ਨੂੰ ਇੱਥੇ ਨਾਮ ਧਰਮ ਜਾਂ ਸ਼ਬਦ ਧਰਮ ਆਖਦੇ ਸੁਣ ਰਿਹਾ ਹਾਂ। ਗੁਰੂ ਜੀ, ਜੋ ਲੋਕ ਮਨੁੱਖ ਦੀ ਜਾਤ ਨੂੰ ਧਰਮ ਤੋਂ ਸਮਝਦੇ ਹਨ, ਉਹ ਧਰਮ ਦੀ ਵੰਡ ਜਨਮ ਦੀਆਂ ਜਾਤਾਂ ਮੂਜਬ ਕਰਦੇ ਹਨ। ਅਸੀਂ ਜਾਤ ਨੂੰ ਜਨਮ ਤੋਂ ਨਹੀਂ, ਕਰਮ ਤੋਂ ਸਮਝਦੇ ਹਾਂ, ਸੋ ਸਭ ਨੂੰ ਇੱਕੋ ਧਰਮ ਦਿੜਾਉਂਦੇ ਹਾਂ, ਤਾਂ ਜੋ ਸਾਰੇ ਉਸ ਇੱਕ ਦੈਵੀ ਧਰਮ ਰੂਪ ਕਰਮ ਨਾਲ ਸ਼ੁੱਧ ਹੋ ਕੇ ਇੱਕੋ ਧਰਮ ਅਵਲੰਬੀ ਰਹਿਣ। ਹਰਿਨਾਥ, ਵਰਣਾਸ਼ਰਮ ਦੀ ਵੰਡ ਛੱਡ ਦਿੱਤੀ ਨੇ। ਗੁਰੂ ਜੀ, ਤੁਸੀਂ ਜਰਾ ਵਰਣਾਸ਼ਰਮ ਵੰਡ ਧਰਮਾਂ ਦੀ ਸੁਣਾਓ ਨਾ। ਹਰਿਨਾਥ, ਆਪ ਸਭ ਕੁਝ ਜਾਣਦੇ ਹੋ, ਪਰ ਆਗਿਆ ਪਾਲਣ ਲਈ ਬਿਨੈ ਕਰਦਾ ਹਾਂ। ਬ੍ਰਾਹਮਣ ਦਾ ਧਰਮ ਹੈ ਵਿਧੀ ਅਨੁਸਾਰ ਯੱਗ ਕਰਨੇ ਕਰਾਉਣੇ, ਵੇਦ ਵਿਦਿਆ ਪੜ੍ਹਾਉਣੀ, ਕਰਮ ਕਾਂਡ ਦੇ ਕਾਰਜ ਤੇ ਸੰਸਕਾਰ ਆਦਿ ਕਰਾਉਣੇ। ਖੱਤਰੀ ਦਾ ਧਰਮ ਹੈ ਸੂਰਮਗਤੀ ਵਾਲੇ ਸਾਰੇ ਪੱਖ ਜਾਂ ਧਰਮ, ਯੁੱਧ ਦਾਨ ਆਦਿ ਕਰਨੇ। ਵੈਸ਼ ਦਾ ਧਰਮ ਹੈ ਵਪਾਰ, ਖੇਤੀ ਆਦਿ। ਸ਼ੂਦਰ ਦਾ ਧਰਮ ਹੈ ਪਹਿਲੀਆਂ ਤਿੰਨਾਂ ਜਾਤੀਆਂ ਦੀ ਸੇਵਾ ਕਰਨੀ। ਗੁਰੂ ਜੀ, ਠੀਕ ਸਾਧ ਰਾਮ ਜੀ, ਪਰ ਸੋਚ ਕਰੋ ਕਿ ਇਹ ਤਾਂ ਹੋਏ ਵਿਵਸਾय ਕਰਕੇ ਬਣੇ ਹੋਏ ਕਰਮ, ਜਿਨ੍ਹਾਂ ਨੂੰ ਧਰਮ ਕਿਹਾ ਗਿਆ ਹੈ। ਅਸੀਂ ਇਹਨਾਂ ਨੂੰ ਉਪਜੀਵਕਾ ਪ੍ਰਾਪਤੀ ਦੀ ਕਿਰਤ ਆਖਦੇ ਹਾਂ, ਤੇ ਇਸ ਨੂੰ ਜਨਮ ਕਰਕੇ ਨਹੀਂ ਸਮਝਦੇ, ਕਰਮ ਕਰਕੇ ਸਮਝਦੇ ਹਾਂ। ਧਰਮ ਤਾਂ ਉਹ ਵਸਤੂ ਹੋਣੀ ਚਾਹੀਏ ਕਿ ਜਿਸ ਦੇ ਧਾਰਨ ਕਰਨ ਨਾਲ ਪਰਮਾਤਮ ਦੇਵ ਦੀ ਪ੍ਰਾਪਤੀ ਹੋਵੇ, ਤੇ ਉਹ ਹੋਣਾ ਵੀ ਪ੍ਰਾਣੀ ਮਾਤਰ ਲਈ ਇੱਕੋ ਚਾਹੀਏ। ਸੋ ਹੈ ਸ਼ਬਦ ਧਰਮ। ਸ਼ਬਦ ਦੀ ਕਮਾਈ ਦਾ ਅਧਿਕਾਰ ਮਨੁੱਖ ਮਾਤਰ ਨੂੰ ਹੈ। ਇਸ ਸ਼ਬਦ ਦੀ ਕਮਾਈ ਨਾਲ ਬ੍ਰਹਮ ਰੂਪ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਅਰਥਾਤ ਨਾਮ ਦੀ ਕਮਾਈ ਨਾਲ ਨਾਮੀ ਦੀ ਪ੍ਰਾਪਤੀ ਹੁੰਦੀ ਹੈ। ਇਹੋ ਹੈ ਭੇਦ ਦੀ ਗੱਲ। ਜੋ ਇਸ ਦੀ ਕਮਾਈ ਕਰੇ, ਉਹ ਇਸ ਨੂੰ ਸਮਝ ਲੈਂਦਾ ਹੈ ਕਿ ਮੈਂ ਨਾਮੀ ਨੂੰ ਪ੍ਰਾਪਤ ਹੋ ਗਿਆ ਹਾਂ। ਨਾਮੀ ਨੂੰ ਪ੍ਰਾਪਤ ਹੋਇਆ
ਮਾਇਆ ਰਹਿਤ ਹੋ ਕੇ ਸ਼ੁੱਧ ਤੇ ਪ੍ਰਕਾਸ਼ ਸਰੂਪ ਹੋ ਜਾਂਦਾ ਹੈ। ਹਰਿਨਾਥ ਗਹੁ ਨਾਲ ਸਮਝਦਾ ਰਿਹਾ ਸੀ। ਸਤਿਗੁਰ ਦੇ ਵਾਕ ਥੋੜੇ ਪਰ ਸਾਰ ਰੂਪ ਸਨ। ਸਮਝ ਕੇ ਮਾਨੋ ਸੁੱਤੇ ਦੇ ਅਚਾਨਕ ਜਾਗ ਪੈਣ ਵਾਂਗੂ ਤ੍ਰਬਕ ਕੇ ਬੋਲਿਆ, ਸੱਚ। ਇਹ ਵਿਵਸਾਇ ਧਰਮ ਹਨ ਤੇ ਇਹ ਜਨਮ ਤੋਂ ਮੰਨੇ ਗਏ ਹਨ। ਇਹੋ ਹੈ ਵਰਣਾਸ਼ਰਮੀ ਧਰਮ। ਗੁਰੂ ਜੀ ਜਾਤ ਵਰਣ ਕਰਮ ਤੋਂ ਮੰਨ ਰਹੇ ਹਨ। ਠੀਕ ਕਲਿਆਣ ਮਾਰਗ ਦਾ ਧਰਮ ਤਾਂ ਇੱਕੋ ਚਾਹੀਏ। ਹੋਏ ਜੋ ਸਾਰੇ ਬ੍ਰਹਮ ਦੀ ਅੰਸ਼, ਸਿਰ ਹਿਲਾ ਕੇ ਸੱਚ ਨਾਮ ਤੋਂ ਨਾਮੀ ਦੀ ਪ੍ਰਾਪਤੀ ਅਥਵਾ ਸ਼ਬਦ ਦੁਆਰਾ ਸ਼ਬਦ ਬ੍ਰਹਮ ਤੇ ਉਸ ਤੋਂ ਬ੍ਰਹਮ ਦੀ ਪ੍ਰਾਪਤੀ ਸੁਤੇ ਸਿੱਧ ਸਿਧਾਂਤ ਹਨ। ਮੱਖਣ ਵਿਰੋਲ ਕੇ ਦੱਸ ਰਹੇ ਹਨ। ਇਉਂ ਕੁਛ ਚਿਰ ਸੋਚ ਕੇ ਬੋਲਿਆ, ਗੁਣਦਾਤਾ ਜੀਓ, ਇੱਕ ਹੋਰ ਬੇਨਤੀ ਹੈ ਕਿ ਜੋਗੀ ਦਾ ਧਰਮ ਹੈ ਜੋਗ ਸਿੱਧੀ ਤੇ ਗਿਆਨ ਮਾਰਗ ਦੇ ਟੁਰਨ ਵਾਲੇ ਦਾ ਧਰਮ ਹੈ ਗਿਆਨ ਪ੍ਰਾਪਤੀ। ਇਹ ਤਾਂ ਕਲਿਆਣ ਧਰਮ ਹਨ। ਇਹ ਤਾਂ ਵਿਵਸਾਇ ਧਰਮ ਨਹੀਂ ਨਾ। ਗੁਰੂ ਜੀ, ਪਰ ਦੋਹਾਂ ਨੂੰ ਸ਼ਬਦ ਅਭਿਆਸ ਦੀ ਲੋੜ ਹੈ। ਯੋਗੀ ਜੇ ਨਾਮ ਅਭਿਆਸ ਨਾਲ ਜੁੜੇਗਾ ਤਾਂ ਨਾਮੀ ਅਰਥਾਤ ਪਰਮਾਤਮ ਦੇਵ ਨੂੰ ਪ੍ਰਾਪਤ ਹੋਵੇਗਾ ਤੇ ਉਸ ਦੀ ਯੋਗ ਸਮਾਧੀ ਸਰਬਕਾਲਕ ਹੋਵੇਗੀ। ਨਹੀਂ ਤਾਂ ਸਮਾਧੀ ਵੇਲੇ ਇਕਾਗਰ ਜਾਂ ਨਿਰੁੱਧ ਹੋਏਗਾ, ਉਠਾਉਣ ਵੇਲੇ ਫੇਰ ਖਿੰਡੇਗਾ। ਜੇ ਨਾਮ ਨਾਲ ਜੁੜੇ ਤਾਂ ਨਾਮ ਉਸ ਦੇ ਅੰਦਰ ਸੁਤੇ ਸਿੱਧ ਸਦਾ ਜਾਰੀ ਰਹੇਗਾ। ਇਹ ਉਸ ਦਾ ਪ੍ਰਵਾਹ ਸਰਬਕਾਲਕ ਹੋ ਜਾਏਗਾ। ਸਾਧ, ਜੀ ਹਾਂ, ਸੱਚ ਕਿਹਾ ਨੇ। ਯੋਗ ਦਰਸ਼ਨ ਵਿੱਚ ਵੀ ਨਾਮ ਅਭਿਆਸ ਲਿਖਿਆ ਹੈ। ਗੁਰੂ ਜੀ, ਤੁਸੀਂ ਸਿਆਣੇ ਹੋ। ਯੋਗੀ ਦਾ ਯੋਗ ਤਾਂ ਹੀ ਸਫਲੇਗਾ ਜੇ ਨਾਮ ਧਾਰਨ ਕਰੇਗਾ। ਨਾਮ ਨਾਮੀ ਵਿੱਚ ਲੈ ਜਾਏਗਾ। ਜਾਂ ਇਉਂ ਸਮਝੋ ਕਿ ਜੀਵ ਤੱਤ ਬ੍ਰਹਮ ਤੱਤ ਨੂੰ ਪ੍ਰਾਪਤ ਹੋ ਜਾਏਗਾ। ਹਰਿਨਾਥ ਸੱਤਿਆ ਹੈ। ਭਲਾ ਜੀ, ਇੱਕ ਗੱਲ ਹੋਰ ਦੱਸਣ ਦੀ ਖੇਚਲ ਕਰਨੀ। ਜੋ ਯੋਗ ਆਦਿ ਸਾਧਨ ਕੀਤੇ ਬਿਨਾਂ ਸ਼ਾਸਤਰ ਅਧਿਐਨ ਕਰਕੇ ਗਿਆਨ ਦਾ ਆਸਰਾ ਲੈਂਦੇ ਹਨ, ਉਹਨਾਂ ਨੂੰ ਵੀ ਨਾਮ ਧਰਮ ਦੀ ਲੋੜ ਹੈ। ਗੁਰੂ ਜੀ, ਹਾਂ। ਨਿਰਾ ਪੜ੍ਹੇ ਗਿਆਨੀ ਦਾ ਗਿਆਨ ਮਾਤਰ ਤਾਂ ਬੁੱਧੀ ਦੀ ਤੀਖਣਤਾ ਹੈ। ਨਿਰੇ ਪੜ੍ਹ ਲੈਣ ਨਾਲ ਆਤਮ ਬੰਧਨ ਨਹੀਂ ਟੁੱਟਦੇ। ਗੁਰ ਬਾਬੇ ਦਾ ਵਾਕ ਹੈ, ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਭਵੈ। ਬੰਧਨ ਕਿਵੇਂ ਟੁੱਟਦੇ ਹਨ? ਐਸਾ ਗਿਆਨ ਜਪੋ ਮਨ ਮੇਰੇ, ਹੋਵਹੁ ਚਾਕਰ ਸਾਚੈ ਕੇਰੇ। ਚਾਕਰ ਕਿਸ ਤਰ੍ਹਾਂ ਹੋਈਦਾ ਹੈ? ਨਾਮ ਧਰਮ ਦੇ ਧਾਰਨ ਕਰਨੇ ਨਾਲ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਸੋ ਗਿਆਨੀ ਜਿਨ ਸ਼ਬਦ ਲਿਵ ਲਾਈ। ਫਿਰ ਆਪਨੇ ਫਰਮਾਇਆ ਹੈ, ਬੰਧਨ ਟੂਟੇ ਇੱਕ ਨਾਮ ਵਸਾਮੰ। ਸਾਧ ਰਾਮ, ਤੁਸੀਂ ਵਿਦਵਾਨ ਹੋ। ਗਿਆਨ ਵਾਸਤੇ ਪਹਿਲੀ ਲੋੜ ਅਭਿਆਸ ਦੀ ਹੈ। ਅਭਿਆਸ ਸਰਵੋਤਮ ਹਰ ਸਿਮਰਨ ਦਾ ਹੈ। ਆਪ ਜੋ ਗਿਆਨ ਚੱਲ ਰਿਹਾ ਹੈ, ਉਸ ਬਾਬਤ ਬਾਬਾ ਜੀ ਦਾ ਵਾਕ ਹੈ, ਗਿਆਨ ਗਿਆਨ ਕਥੈ ਸਭ ਕੋਈ, ਕਤ ਕਤ ਬਾਦ ਕਹੈ ਕਰੈ ਦੁਖ ਹੋਈ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥ ਕਹਿਣੈ ਤੇ ਰਹਿ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਬਿਲਾਵਲ ਮਹੱਲਾ ਪਹਿਲਾ। ਰਸ ਵਿੱਚ ਰਚ ਜਾਣਾ ਭਗਤੀ ਭਾਵ ਨਾਲ ਜਪੇ ਤੇ ਸਿਮਰੇ ਨਾਮ ਦਾ ਫਲ ਹੈ। ਸਾਧ ਰਾਮ, ਸਿਮਰਨ ਵਾਲਾ ਗਿਆਨ ਪੜ੍ਹਿਆ ਕਿ ਨਾ ਪੜ੍ਹਿਆ, ਕਰਤਾ ਪੁਰਖ ਦਾ ਆਸਰਾ ਪਰਨਾ ਲੈਂਦਾ ਹੈ। ਜਿਸ ਦਾ ਆਸਰਾ ਲਵੀਏ ਉਸ ਨੂੰ ਬਿਰਧ ਦੀ ਲਾਜ ਹੁੰਦੀ ਹੈ। ਇਸ ਲਈ ਨਾਮ ਦਾ ਮਾਰਗ ਅਭਿਆਸੀ ਲਈ ਨਿਰਵਿਘਨ ਹੁੰਦਾ ਹੈ, ਕਿਉਂਕਿ
ਜਿਸ ਦਾ ਨਾਮ ਲੈ ਰਹੇ ਹਾਂ ਉਹ ਬਿਘਨ ਵਿਨਾਸ਼ਨ ਹੈ, ਸਰਬ ਸਮਰੱਥ ਹੈ, ਭਗਤ ਵਸ਼ਲ ਹੈ ਤੇ ਬਿਰਧ ਦੀ ਲਾਜ ਪਾਲਣਹਾਰ ਹੈ। ਉਹ ਨਾਮੀ ਨਾਮ ਜਪਣ ਵਾਲੇ ਤੇ ਮਿਹਰ ਕਰਦਾ ਹੈ, ਮਿਹਰ ਬਿਘਨ ਵਿਨਾਸ਼ ਦੀ ਹੈ। ਹਰਿਨਾਥ ਤਰਬਕ ਕੇ ਸਾਰ ਸਿਧਾਂਤ ਕੀਕੂ ਸੁਖੈਨ ਕਹਿ ਰਹੇ ਹੋ। ਨਾਮ ਜਪ ਦਾ ਮਾਰਗ ਨਿਰਵਿਘਨ ਹੈ। ਇਹ ਗੱਲ ਯੋਗ ਦਰਸ਼ਨ ਵਿੱਚ ਲਿਖੀ ਹੈ। ਠੀਕ ਹੈ ਕਿ ਨਾਮ ਜਪ ਨਾਲ ਆਤਮਾ ਦੀ ਪ੍ਰਾਪਤੀ ਤੇ ਵਿਘਨਾਂ ਦਾ ਅਭਾਵ ਹੁੰਦਾ ਹੈ। ਭਲਾ ਜੀ, ਇੱਕ ਗੱਲ ਹੋਰ ਪੁੱਛ ਲਵਾਂ, ਜਿਸ ਨਾਮ ਦੀ ਆਪ ਕੀਰਤੀ ਕਹਿ ਰਹੇ ਹੋ ਉਹ ਕਿਸ ਦਾ ਹੈ? ਸ਼ਿਵ ਦਾ ਕਿ ਭਵਾਨੀ ਦਾ, ਵਿਸ਼ਨੂੰ ਦਾ ਕਿ ਕ੍ਰਿਸ਼ਨ ਦਾ? ਮੈਨੂੰ ਆਪ ਕ੍ਰਿਸ਼ਨ ਪ੍ਰੇਮੀ ਸਹੀ ਹੋ ਰਹੇ ਹੋ। ਗੁਰੂ ਜੀ ਮੁਸਕਰਾ ਕੇ ਭਵਾਨੀ ਦੀ ਭਗਤੀ ਕਰ ਰਹੇ ਤੇ ਅੰਤ ਛੱਡੀ। ਸ਼ਿਵ ਉਸੇ ਸ਼ਕਤੀ ਦਾ ਸ਼ਕਤਾ ਹੈ। ਵਿਸ਼ਨੂੰ ਕ੍ਰਿਸ਼ਨ ਵਿੱਚ ਦੇਵਤਾਪਣ ਤੇ ਅਵਤਾਰਤਾ ਦਾ ਹੀ ਰੀਣਕੂ ਦਾ ਫਰਕ ਹੈ। ਹਾਂ ਬਈ, ਉਪਾਸ਼ਕ ਤਾਂ ਕ੍ਰਿਸ਼ਨ ਦੇ ਹੀ ਹਾਂ, ਪਰ ਉਸ ਕ੍ਰਿਸ਼ਨ ਦੇਵ ਦੇ ਨਹੀਂ ਜਿਸ ਨੂੰ ਤੂੰ ਕ੍ਰਿਸ਼ਨ ਸਮਝ ਰਿਹਾ ਹੈ। ਸਾਡਾ ਪੂਜੈ ਕ੍ਰਿਸ਼ਨ ਇੱਕੋ ਹੈ, ਇੱਕੋ ਇੱਕ। ਉਹ ਦ੍ਰਿਸ਼ਟਮਾਨ ਵਿੱਚ ਦ੍ਰਿਸ਼ਟਮਾਨ ਹੋ ਕੇ ਦੇਹ ਨਹੀਂ ਧਾਰਦਾ। ਉਹ ਵਿਸ਼ਨੂੰ ਦੇਵਤਾ ਦਾ ਅਵਤਾਰ ਨਹੀਂ, ਉਹ ਤਾਂ ਸਰਬ ਸ੍ਰਿਸ਼ਟੀ ਦੇ ਦੇਵਾਂ ਅਦੇਵਾਂ ਦਾ ਆਤਮਾ ਹੈ ਤੇ ਸਭ ਦਾ ਆਤਮਾ ਹੋ ਕੇ ਆਪ ਨਿਰਦਵੰਦ ਪ੍ਰਕਾਸ਼ ਸਰੂਪ ਹੈ। ਉਹੀ ਆਤਮਾ ਸਰਬੱਤਰ ਹੈ ਤੇ ਉਸੇ ਵਿੱਚ ਸਾਰੇ ਹਨ। ਉਹ ਉਸ ਬ੍ਰਹਮ ਦਾ ਆਪਣਾ ਰੂਪ ਹੈ। ਜੇ ਕੋਈ ਇਸ ਭੇਤ ਨੂੰ ਬੁੱਝ ਲਵੇ ਤਾਂ ਉਹ ਮਾਇਆ ਰਹਿਤ ਸ਼ੁੱਧ ਪ੍ਰਕਾਸ਼ ਸਰੂਪ ਹੋ ਜਾਂਦਾ ਹੈ ਤੇ ਨਾਨਕ ਉਸ ਗਿਆਨਵਾਨ ਦਾ ਦਾਸ ਹੈ। ਪਰ ਹੇ ਸਾਧੂ, ਫਰਮਾਇਆ ਹੈ ਮੇਰੇ ਅਰਸ਼ਾਂ ਤੋਂ ਆਏ ਗੁਰੂ ਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਹਰਿਨਾਥ ਦਿਲ ਸਾਰਾ ਸ਼ਰਧਾ ਨਾਲ ਵਿਛਾ ਕੇ ਉੱਤਰ ਸੁਣ ਤੇ ਸਮਝ ਰਿਹਾ ਸੀ। ਹੁਣ ਨੇਚੇ ਦੇ ਘਰ ਪਹੁੰਚ ਗਿਆ ਤੇ ਬੇਵੱਸ ਹੋ ਕੇ ਬੋਲਿਆ, ਸੱਚ ਫਰਮਾਇਆ ਨੇ ਤੇ ਸੰਸੇ ਕੱਟ ਦਿੱਤੇ ਨੇ, ਰਸ ਦਾ ਛਿੱਟਾ ਮਾਰ ਦਿੱਤਾ ਨੇ, ਸਿਦਕ ਤੇ ਘਰ ਲੈ ਲੈਂਦਾ ਜੇ। ਪਾਓ ਪੂਰਨ ਬ੍ਰਹਮ ਗਿਆਨੀ ਜੀ ਇਸ ਭਿਖਾਰੀ ਦੀ ਝੋਲੀ ਖੈਰ। ਗਿਆਨੀ ਕਹਿਣਾ ਨਿਉਨੋਪਮਾ ਹੈ। ਹੇ ਸੋਈ ਨਿਰੰਜਨ ਦੇਵ ਜੀ, ਪਾਓ ਨਾਮ ਦੀ ਖੈਰ ਇਸ ਯਾਚਕ ਦੀ ਅੱਡੀ ਝੋਲੀ ਵਿੱਚ। ਇਹ ਕਹਿੰਦਿਆਂ ਸਿਰ ਚਰਨਾਂ ਤੇ ਧਰ ਦਿੱਤਾ। ਦਾਤੇ ਨੇ ਸਿਰ ਤੇ ਹੱਥ ਧਰਿਆ ਤੇ ਹਾਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਕਿਹੜੀਆਂ? ਸੰਸੇ ਬਿਰਤੀ ਦੀਆਂ ਬੁਰਿਆਈਆਂ ਜੋ ਵਿਦਵਾਨ ਤੇ ਤਿਆਗੀ ਦਾ ਵੀ ਖਹਿੜਾ ਨਹੀਂ ਛੱਡਦੀਆਂ, ਸਗੋਂ ਜਿੰਨਾ ਪੜ੍ਹੇ ਓਨੀਆਂ ਵਧੀਕ ਸੰਸੇ ਬਿਰਤੀਆਂ ਉੱਠ ਉੱਠ ਚੰਬੜਦੀਆਂ ਹਨ। ਹਰਿਨਾਥ ਹੁਣ ਰਹਿ ਪਿਆ ਹਰਿਦੁਆਰ ਗੁਰੂ ਕੇ ਦੁਆਰੇ। ਨਾਮ ਧਰੀਕ ਹੋ ਕੇ, ਨਾਮ ਰਸ ਵਿੱਚ ਆ ਕੇ, ਨਾਮ ਦੁਆਰਾ ਨਾਮੀ ਵਿੱਚ ਲਿਵ ਲੀਨਤਾ ਦਾ ਮਾਰਗ ਪਾ ਕੇ ਹਰਿਨਾਥ ਕੁਝ ਸਮੇਂ ਬਾਅਦ ਵਿਦਾ ਹੋਇਆ। ਹਰਿਨਾਥ ਨਾਮ ਧਰਮ ਵਿੱਚ ਦ੍ਰਿੜ ਹੋ ਕੇ ਨਾਮ ਦ੍ਰਿੜਾਉਣ ਵਾਲਾ ਬਣਿਆ। ਇਸ ਨਾਲ ਹੋਏ ਉੱਪਰਲੇ ਵਾਕ ਸ੍ਰੀ ਗੁਰੂ ਜੀ ਦੇ ਰਚੇ ਹੋਏ 2 ਸਲੋਕਾਂ ਵਿੱਚ ਵਿਦਮਾਨ ਹਨ। ਯਥਾ ਮਹੱਲਾ ਦੂਜਾ, ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣഃ, ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤഃ, ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਇਓ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਉ। ਅਰਥ, ਯੋਗ ਮਾਰਗ ਵਾਲਿਆਂ ਦਾ ਸ਼ਬਦ ਧਰਮ ਗਿਆਨ ਪ੍ਰਾਪਤੀ ਦਾ ਧਰਮ ਹੈ। ਬ੍ਰਾਹਮਣਾਂ ਦਾ ਧਰਮ ਹੈ ਵੇਦ ਦਾ ਅਭਿਆਸ, ਖੱਤਰੀਆਂ ਦਾ ਧਰਮ ਹੈ ਸੂਰਜ ਗਤੀ ਵਾਲਾ ਧਰਮ ਤੇ ਸ਼ੂਦਰਾਂ ਦਾ ਧਰਮ ਹੈ ਪਰਾਈ ਕਿਰਤ ਕਰਨੀ। ਪਰ ਸਰਬ ਧਰਮਾਂ ਦਾ ਧਰਮ ਇੱਕ ਸ਼ਬਦ ਅਰਥਾਤ ਇੱਕ ਨਾਮ ਹੈ। ਜੇ ਕੋਈ ਇਸ ਸ਼ਬਦ
ਬ੍ਰਹਮ ਦਾ ਭੇਦ ਜਾਣਦਾ ਹੋਵੇ, ਨਾਨਕ ਉਸ ਦਾ ਦਾਸ ਹੈ ਤੇ ਉਹੀ ਮਾਇਆ ਰਹਿਤ ਤੇ ਪ੍ਰਕਾਸ਼ ਸਰੂਪ ਹੈ। ਮਹੱਲਾ ਦੂਜਾ। ਏਕ ਕ੍ਰਿਸ਼ਨ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾਤਾ ਆਤਮਾ, ਆਤਮਾ ਵਾਸੁਦੇਵ, ਜੇ ਕੋ ਜਾਣੈ ਭਇਓ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਅਰਥਾਤ ਇੱਕ ਬ੍ਰਹਮ, ਦੇਵਾ ਦੇਵ, ਦੇਵਤਿਆਂ ਤੇ ਅਦੇਵਾਂ ਦਾ ਦੇਵਾਤ ਆਤਮਾ, ਪ੍ਰਕਾਸ਼ ਸਰੂਪ ਆਤਮਾ ਹੈ। ਫਿਰ ਉਹੀ ਆਪਣਾ ਬ੍ਰਹਮ ਦਾ ਆਪਣਾ ਰੂਪ ਹੈ। ਇਸ ਭੇਤ ਨੂੰ ਜੇ ਕੋਈ ਜਾਣ ਲਵੇ ਤਾਂ ਉਹੀ ਮਾਇਆ ਰਹਿਤ ਪ੍ਰਕਾਸ਼ ਸਰੂਪ ਹੋ ਜਾਂਦਾ ਹੈ। ਨਾਨਕ ਉਸ ਦਾ ਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 33ਵੀਂ। ਜੱਗਾ ਧਰਣੀ। ਸ੍ਰੀ ਗੁਰੂ ਜੀ ਖਡੂਰ ਵਿੱਚ ਭਾਗ ਲਾਉਂਦਿਆਂ 2 ਸਾਲਾਂ ਤੋਂ ਵਧੀਕ ਹੋ ਗਏ ਹਨ। ਗੁਰੂ ਨਾਨਕ ਦੇ ਪਿਆਰੇ ਦੂਰ ਦੂਰ ਤੋਂ ਆਉਂਦੇ ਹਨ। ਕਦੇ ਕੋਈ ਨਵਾਂ ਵੀ ਆ ਜਾਂਦਾ ਹੈ। ਆਪ ਦੀ ਬਿਰਤੀ ਆਪਣੇ ਰੰਗ ਰਤੀ ਰਹਿੰਦੀ ਹੈ ਮਗਨਤਾ ਵਿੱਚ, ਪਰੰਤੂ ਉਪਕਾਰ ਕਰਨੋਂ ਵੀ ਸੰਕੁਚਦੀ ਨਹੀਂ। ਉਨੀ ਦਿਨੀ ਇੱਕ ਧਰਣੀ ਜਾਤ ਦਾ ਜੱਗਾ ਨਾਮੇ ਪੁਰਖ ਸੀ, ਜੋ ਜਗਤ ਦੇ ਦੁੱਖ ਦੇਖਦਾ ਦੇਖਦਾ ਦੁਖੀ ਹੁੰਦਾ ਇੱਕ ਜੋਗੀ ਕੋਲ ਗਿਆ ਕਿ ਦੱਸ ਭਾਈ ਜੋਗੀ, ਜੋ ਮੈਂ ਜਨਮ ਮਰਨ ਦੇ ਬੰਧਨਾਂ ਤੋਂ ਕਿਵੇਂ ਛੁਟਕਾਰਾ ਪਾਵਾਂ। ਜੋਗੀ ਨੇ ਆਖਿਆ, ਪਹਿਲਾਂ ਬੰਧਨ ਰੂਪ ਤੇਰਾ ਘਰ ਹੈ, ਇਸ ਤੋਂ ਆਪ ਛੁੱਟ, ਫੇਰ ਆ ਤੇ ਤੇਰੇ ਜਨਮ ਮਰਨ ਦਾ ਬੰਧਨ ਮੈਂ ਕੱਟਾਂਗਾ। ਜੱਗੇ ਦਾ ਵੈਰਾਗ ਇਤਨਾ ਤੀਬਰ ਨਹੀਂ ਸੀ ਕਿ ਇੱਕਦਮ ਇਸਤਰੀ ਪੁੱਤਰ ਧਨ ਪਾ ਛੋੜ ਕੇ ਬਗਲੀ ਪਾ ਦਰ ਦਰ ਮੰਗਣ ਟੁਰ ਪੈਂਦਾ। ਸੋ ਉਦਾਸ ਹੋ ਕੇ ਮੁੜ ਆਇਆ, ਪਰ ਪੁੱਛਾਂ ਪਾਲਾਂ ਕਰਦਾ ਰਿਹਾ ਕਿ ਜੇ ਕੋਈ ਪੂਰਾ ਭਾਂਡਾ ਹੋਰ ਮਿਲ ਪਵੇ। ਅੰਤ ਇਸ ਤਰ੍ਹਾਂ ਟੋਲ ਕਰਦੇ ਉਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਹੁੰ ਪਈ ਤਾਂ ਉਹ ਖਡੂਰ ਆ ਸੇਵਾ ਵਿੱਚ ਹਾਜ਼ਰ ਹੋਇਆ। ਸ੍ਰੀ ਗੁਰੂ ਜੀ ਨੇ ਗਹੁ ਕਰ ਤੱਕਿਆ, ਸੁਖ ਸਾਂਦ ਪੁੱਛੀ ਤੇ ਕਿਹਾ, ਭਾਈ ਕੀਕਰ ਆਏ ਹੋ। ਜੱਗਾ, ਸ੍ਰੀ ਗੁਰੂ ਜੀਓ, ਸੰਸਾਰ ਵਿੱਚ ਦੁੱਖ ਹੈ। ਜੇ ਆਪ ਥੋੜ੍ਹੀ ਬਹੁਤ ਸਰੀ ਬਣੀ ਨੇਕੀ ਕਰੋ ਤਾਂ ਅੱਗੋਂ ਦੁੱਖ ਹੀ ਪੱਲੇ ਪੈਂਦੇ ਹਨ। ਜੇ ਅਟੰਕ ਰਹੋ ਕਿ ਕਿਵੇਂ ਦੁੱਖ ਨਾ ਵਾਪਰੇ ਤਾਂ ਵੀ ਆਹੀ ਵਾਪਰਦੇ ਹਨ। ਹੋਰ ਯਤਨ ਕਰੋ, ਯਤਨ ਪੁੱਗਦੇ ਨਹੀਂ, ਦੁੱਖ ਹੀ ਆ ਨੱਪਦਾ ਹੈ। ਮੈਂ ਸੋਚਿਆ ਕਿਸੇ ਸਿਆਣੇ ਕਰਨੀ ਵਾਲੇ ਕੋਲ ਜਾਵਾਂ ਤਾਂ ਮੈਂ ਇੱਕ ਵੱਡੇ ਜੋਗੀ ਪਾਸ ਗਿਆ। ਉਸ ਨੇ ਆਖਿਆ, ਘਰ ਬਾਹਰ ਦੇ ਬੰਧਨ ਤੋੜ ਕੇ ਆ, ਤਾਂ ਤੇਰੇ ਜਨਮ ਮਰਨ ਦੇ ਬੰਧਨ ਕੱਟ ਦਿਆਂਗਾ। ਸੱਚਾ ਬਚਨ ਏ ਸੋਹਣੇ ਜੀਓ, ਹੱਥੀਂ ਕਮਾ ਕੇ ਖਾਧਾ ਏ, ਦਰ ਦਰ ਪਿੰਨਣ ਨੂੰ ਜੀ ਨਹੀਂ ਕੀਤਾ। ਆਪ ਜੀ ਦਾ ਜਸ ਸੁਣ ਕੇ ਆਇਆ ਹਾਂ ਕਿ ਜੇ ਵਿੱਚੇ ਬੈਠਿਆਂ ਗਤੀ ਹੋ ਸਕੇ ਤਾਂ ਭਲਾ, ਪਰ ਦੇਖੋ ਜੇ ਛੱਡਣਾ ਹੀ ਜ਼ਰੂਰੀ ਹੈ ਤਾਂ ਫਿਰ ਕੌੜਾ ਘੁੱਟ ਭਰਨ ਦਾ ਹੀਰਾ ਕਰ ਵੇਖਾਂ। ਗੁਰੂ ਜੀ, ਭਾਈ ਜੱਗਾ, ਜਗਤ ਜੇ ਸਾਰਾ ਜੋਗੀ ਤਿਆਗੀ ਹੋ ਕੇ ਬਹਿ ਜਾਏ ਤਾਂ ਜਗਤ ਹੀ ਮੁੱਕ ਜਾਏ। ਖਾਣ ਪੀਣ ਲਈ ਅੰਨ ਤੇ ਪਹਿਨਣ ਲਈ ਕੱਪੜਾ ਕਿੱਥੋਂ ਆਵੇ। ਸੋਚ ਭਾਈ, ਕੋਈ ਬੀਜੇ, ਕੋਈ ਵੱਢੇ, ਕੋਈ ਪੀਹੇ, ਤਾਂ ਹੀ ਬੁੱਕ ਆਟੇ ਦਾ ਜੋਗੀ ਦੇ ਖੱਪਰ ਵਿੱਚ ਪਵੇ। ਜੱਗਾ ਤਰਵ ਕੇ ਸੱਚ ਦਾਤਾ ਸੱਚ। ਕੋਈ ਦੂਰ ਪਾਠ ਕਰ ਰਿਹਾ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਆਵਾਜ਼ ਆਈ, ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹੋ ਤਿਗਾਣਾ। ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹੋ ਤਿਗਾਣਾ। ਜੱਗਾ ਤੁਕ ਸੁਣ ਕੇ ਤਰਪਕਿਆ ਤੇ ਬੋਲਿਆ, ਵਾਹ ਵਾਹ, ਜੋਗੀ ਪਿੰਨ ਕੇ ਖਾਣ ਵਾਲੇ ਸੁਰਗ ਤੇ ਉਹਨਾਂ ਨੂੰ ਦਾਨ ਦੇਣ ਵਾਲੇ ਨਰਕ, ਅਨਿਆਉ ਹੋ ਜਾਏਗਾ ਨਾ। ਠੀਕ ਵਾਕ ਬੋਲਿਆ ਏ ਸਿੱਖ। ਗੁਰੂ ਜੀ, ਜੋ ਤੂੰ ਜਗਤ ਵਿੱਚ ਡਿੱਠਾ ਹੈ ਕਿ ਜਗਤ ਵਿੱਚ ਦੁੱਖ ਹੈ, ਠੀਕ ਹੈ, ਪਰ ਇਹ ਘਟ ਸਕਦਾ ਹੈ ਜੇ ਵਰਤੋਂ ਪਿਆਰ ਦੀ ਹੋ ਜਾਵੇ, ਭਰਾਤਰੀ ਭਾਵ ਹੋ ਜਾਵੇ। ਜੱਗਾ, ਸਮਝੇ ਨਹੀਂ ਪਈ ਗੱਲ। ਗੁਰੂ ਜੀ, ਜੇ ਸਾਰੇ ਇੱਕ ਦੂਜੇ ਨੂੰ ਪਿਆਰ ਕਰਨ ਤਾਂ ਸੁੱਖ ਵੱਧ ਜਾਵੇ।
ਜੱਗਾ ਹੁੰਦਾ ਨਹੀਂ ਕਿੱਕੂ ਹੋਵੇ। ਗੁਰੂ ਜੀ, ਪਹਿਲੋਂ ਪਿਤਾ ਜਗਤ ਪਿਤਾ ਵਿੱਚ ਬੱਝੇ ਨਿਹਚਾ ਕਿ ਉਹ ਸਭ ਦਾ ਰਚਨਹਾਰ ਹੈ। ਸਾਰੇ ਉਸ ਦੇ ਬੱਚੇ ਹਾਂ। ਇੱਕ ਪਿਤਾ ਦੇ ਬੱਚੇ ਭਰਾ ਹੁੰਦੇ ਹਨ। ਸੋ ਪਹਿਲਾਂ ਕਰਤਾਰ ਪਿਤਾ ਨੂੰ ਭੁੱਲਣਾ ਉਚਿਤ ਨਹੀਂ। ਪਹਿਲਾਂ ਸਾਂਝੇ ਪਿਤਾ ਦੀ ਯਾਦ ਵਿੱਚ ਭਰਾਤਰੀ ਭਾਵ ਯਾਦ ਰਹੇਗਾ ਜੀਵਾਂ ਨਾਲ। ਦੂਜਾ, ਉਧਰ ਅੰਦਰ ਜਦ ਕਰਤਾ ਪੁਰਖ ਦੀ ਯਾਦ ਵਸੇਗੀ ਤਾਂ ਮਨ ਨਿਰਮਲ ਹੋ ਜਾਏਗਾ। ਨਿਰਮਲ ਦੀ ਛੋਹ ਮਨ ਨੂੰ ਨਿਰਮਲਤਾ ਲਾਏਗੀ ਨਾ। ਸੋ ਦੋਵੇਂ ਕਾਰਜ ਹੋ ਗਏ। ਜੱਗਾ ਆਪ ਦੇ ਦਾਨ ਗੁਲਾਬ ਅਸਾਂ ਸਾਰਾ ਦਿਨ ਕੰਮ ਕਾਜ ਵਿਹਾਰ ਕਰਨੇ ਹੋਏ। ਗੁਰੂ ਜੀ, ਕਰੋ, ਸੋਹਣੀ ਤਰ੍ਹਾਂ ਕਰੋ, ਨੇਕੀ ਨਾਲ ਕਰੋ। ਕੰਮ ਕਾਜ ਕਰਦਿਆਂ ਵਿੱਚ ਵਿੱਚ ਵਕਤ ਮਿਲਦੇ ਹਨ। ਉਸ ਵੇਲੇ ਕਰਤਾਰ ਦੀ ਸੰਭਾਲ ਕੀਤੀ, ਪਰ ਨੀ ਪਹਿਲਾਂ ਹੀ ਸਵੇਰੇ ਬੰਨ੍ਹ ਲਈ। ਰਾਤ ਜ਼ਰਾ ਸਵਖਤੇ ਸੌਂ ਗਏ, ਸਵੇਰੇ ਸਵਖਤੇ ਜਾਗ ਉੱਠੇ। ਉਸ ਵੇਲੇ ਸਾਵਧਾਨ ਹੋ ਕੇ ਕਰਤਾ ਪੁਰਖ ਦੇ ਚਿੰਤਨ ਵਿੱਚ ਕੁਝ ਸਮਾਂ ਬੈਠ ਗਏ। ਇਸ ਸਵੇਰ ਦੀ ਕਮਾਈ ਦਾ ਅਸਰ ਦਿਨ ਭਰ ਰਹੇਗਾ। ਦਿਨ ਦੇ ਕੰਮਾਂ ਕਾਜਾਂ ਦੇ ਕਰਦਿਆਂ ਵਿੱਚ ਵਿੱਚ ਵਕਤ ਮਿਲੇਗਾ ਵੇਲ ਦਾ। ਹਾਂ, ਕੰਮਾਂ ਦੇ ਵਿੱਚ ਵਿੱਚ ਵੇਲ ਦਾ ਵਿਰਲ। ਉਸ ਵੇਲੇ ਸੰਭਾਲ ਰੱਖੀ ਕਰਤਾ ਪੁਰਖ ਦੀ ਯਾਦ ਦੀ। ਰਾਤ ਸੌਣ ਵੇਲੇ ਫੇਰ ਘੜੀ ਦੀ ਘੜੀ ਸਾਈਂ ਦੀ ਯਾਦ ਵਿੱਚ ਬੈਠ ਗਏ। ਨੀਂਦ ਆਈ ਤੇ ਸੌਂ ਗਏ। ਇਉਂ ਨੀਂਦ ਵਿੱਚ ਸਫਲਤਾ ਪੈ ਜਾਂਦੀ ਹੈ। ਗ੍ਰਸਤੀ ਇਉਂ ਜਿਤਨੀ ਵੀ ਕਮਾਈ ਕਰੇਗਾ ਉਸ ਦੇ ਪੱਲੇ ਰਹੇਗੀ, ਪਰ ਅਤੀਤ ਦੀ ਕਮਾਈ ਵੰਡੀ ਦੀ ਵੀ ਰਹਿੰਦੀ ਹੈ। ਜੱਗਾ, ਉਹ ਜੀਓ ਜੀ ਕਿਵੇਂ? ਗੁਰੂ ਜੀ, ਅਤੀਤ ਜਿਨ੍ਹਾਂ ਦੀ ਕਮਾਈ ਵਿੱਚੋਂ ਅੰਨ ਪਾਣੀ ਬਸਤਰ ਆਦਿ ਲਏਗਾ, ਉਹਨਾਂ ਲਈ ਕ੍ਰਿਤੱਗਿਆ ਹੋਵੇਗਾ, ਉਹਨਾਂ ਲਈ ਅਸ਼ੀਰਵਾਦ ਮੂੰਹੋਂ ਉਚਰੇਗਾ। ਇਸ ਤਰ੍ਹਾਂ ਕਮਾਈ ਵਿੱਚੋਂ ਕੁਝ ਹਿੱਸਾ ਦੇਵੇਗਾ ਹੀ ਨਾ। ਜੇ ਉਸ ਦੀ ਅਸ਼ੀਰਵਾਦ ਵਿੱਚ ਤਸੀਰ ਨਹੀਂ ਤਾਂ ਉਸ ਦੇ ਪਾਸ ਹੈ ਹੀ ਕੁਝ ਨਹੀਂ। ਮੋਟੀ ਗੱਲ ਹੈ। ਗਾਂ ਨੂੰ ਘਾਹ ਪਾਈਦਾ ਹੈ, ਗਾਂ ਦੁੱਧ ਦਿੰਦੀ ਹੈ। ਗਾਂ ਘਾਹ ਤ੍ਰਿਣ ਲੈਂਦੀ ਹੈ ਤੇ ਰਤਨ ਦਿੰਦੀ ਹੈ ਦੁੱਧ ਰੂਪੀ। ਤਿਵੇਂ ਅਤੀਤ ਅੰਨ ਲਏਗਾ, ਅਸ਼ੀਰਵਾਦ ਦੇਵੇਗਾ, ਕਮਾਈ ਵਿੱਚੋਂ ਵੰਡ ਕਰੇਗਾ। ਕਿਰਤ ਕਰਕੇ ਖਾਣ ਵਾਲਾ ਜੇ ਭਗਤੀ ਕਰਦਾ ਹੈ ਤਾਂ ਉਸ ਦੀ ਕਮਾਈ ਰਹੀ ਸਾਰੀ ਉਸ ਦੇ ਪਾਸ। ਦੂਜੇ, ਉਸ ਨੇ ਆਪਣੀ ਕਿਰਤ ਵਿੱਚੋਂ ਜੋ ਕੁਝ ਦਾਨ ਲਈ ਕੱਢਿਆ, ਉਸ ਧਨ ਨਾਲ ਉਸ ਨੇ ਬੰਦਗੀ ਵਾਲੇ ਕਾਲੀ ਅਤੀਤ ਅਭਿਆਗਤ ਦੀ ਸੇਵਾ, ਉਹਨਾਂ ਤੋਂ ਲੀਤੀ ਖੁਸ਼ੀ ਤੇ ਅਸੀਸ। ਇਉਂ ਉਸ ਦਾ ਲਾਹਾ ਵਧ ਗਿਆ। ਗੁਰੂ ਬਾਬੇ ਦਾ ਵਾਕ ਹੈ, ਘਾਲ ਖਾਏ ਕਿਛ ਹੱਥੋਂ ਹੁੰਦੇ, ਨਾਨਕ ਰਾਹ ਪਛਾਣ ਹੈ ਸੇ। ਇਉਂ ਉਸ ਨੇ ਆਪਣਾ ਲਾਹਾ ਦੂਣਾ ਕਰ ਲਿਆ। ਇਸ ਪ੍ਰਕਾਰ ਦੇ ਬਚਨ ਸੁਣ ਕੇ ਜੱਗੇ ਦੀ ਨਿਸ਼ਾ ਖਾਤਰ ਹੋ ਗਈ। ਉਸ ਨੇ ਵਾਹਿਗੁਰੂ ਜੀ ਦਾ ਨਾਮ ਸਤਿਗੁਰਾਂ ਤੋਂ ਲੈ ਲਿਆ। ਫੇਰ ਘਾਲ ਕੀਤੀ ਤੇ ਕਮਾਈ ਵਿੱਚੋਂ ਸੰਤਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕੀਤੀ। ਜੱਗਾ ਫੇਰ ਇਤਨਾ ਉੱਚ ਪਾਏ ਦਾ ਗੁਰਮੁਖ ਹੋਇਆ ਕਿ ਭਾਈ ਗੁਰਦਾਸ ਜੀ ਨੇ ਆਪ ਜੀ ਦਾ ਨਾਮ ਚੋਟੀ ਦੇ ਗੁਰਸਿੱਖਾਂ ਦੀ ਗਿਣਤੀ ਵਿੱਚ ਲਿਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 34ਵੀਂ। ਸੱਤੇ ਬਲਵੰਡ ਦੀ ਭੁੱਲ। ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਮਰਦਾਨੇ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਬਲਵੰਡ ਕੀਰਤਨ ਤੇ ਲਾਇਆ ਗਿਆ ਸੀ। ਜਦੋਂ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਗਈ ਤਾਂ ਬਲਵੰਡ ਨੂੰ ਵੀ ਆਗਿਆ ਹੋਈ ਕਿ ਤੂੰ ਸਾਡੇ ਪਿੱਛੋਂ ਖਡੂਰ ਜਾ ਕੇ ਗੁਰੂ ਅੰਗਦ ਦੇਵ ਦੇ ਹਜ਼ੂਰ ਚੌਕੀ ਕਰਿਆ ਕਰਨੀ ਹੈ। ਬਲਵੰਡ ਜਦੋਂ ਖਡੂਰ ਆਇਆ ਤਾਂ ਗੁਰੂ ਜੀ ਛਪੇ ਬੈਠੇ ਸੇ। ਉਹ ਰਹਿ ਪਿਆ ਸੱਤੇ ਦੇ ਘਰ, ਪਰ ਨਾ ਪਾ ਸਕਿਆ ਗੁਰੂ ਨੂੰ। ਜਦੋਂ ਆਪ ਪ੍ਰਗਟੇ ਤਾਂ ਆ ਹਾਜ਼ਰ ਹੋਇਆ ਤੇ ਲੱਗਾ ਕੀਰਤਨ ਕਰਨ।
ਨਾਲ ਰਲਾ ਲੀਤੋ ਸੁਸੱਤੇ ਨੂੰ ਵੀ। ਦੋਵੇਂ ਅੰਮ੍ਰਿਤ ਵੇਲੇ ਲਾਉਣ ਆਸਾ ਦੀ ਵਾਰ, ਸੰਝਾਂ ਨੂੰ ਕੀਰਤਨ ਕਰਨ ਸੋਦਰ ਦਾ, ਜਿਵੇਂ ਕਿ ਹੁੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰੇ। ਗੁਣੀ ਵਿੱਚ ਜਦ ਗੁਣ ਮੰਝਦਾ ਹੈ ਤਾਂ ਉਸ ਦੇ ਮਨ ਨੂੰ ਨਾਲੇ ਉਜਲ ਕਰਦਾ ਹੈ, ਨਾਲੇ ਉੱਚਾ। ਫੇਰ ਮਨ ਨੂੰ ਆਪੇ ਵਿੱਚ ਆਪੇ ਦੀ ਟੇਕ ਦੇ ਕੇ ਜੋਗੀ ਵਾਂਗੂ ਇੱਕ ਸਵੈਮ ਸਥਿਤੀ ਤੇ ਟਿਕਾਓ ਵਿੱਚ ਕਰ ਦਿੰਦਾ ਹੈ। ਇਹ ਤਾਂ ਹੈ ਗੁਣ ਦਾ ਅੰਦਰ ਦਾ ਸੁਖ, ਅਰਥਾਤ ਦ੍ਰਿਸ਼ਟਾ ਪੱਖ ਦਾ ਸੁਖ। ਬਾਹਰੋਂ ਵੀ ਇੱਕ ਅਸਰ ਪੈਂਦਾ ਹੈ, ਉਹ ਇਹ ਕਿ ਗੁਣੀ ਦੇ ਗੁਣ ਦੀ ਕਦਰ ਹੁੰਦੀ ਹੈ ਲੋਕਾਂ ਵਿੱਚ। ਇਸ ਦਾ ਅਸਰ ਬਾਹਰੋਂ ਗੁਣੀ ਦੇ ਮਨ ਤੇ ਪੈਂਦਾ ਹੈ। ਪਹਿਲਾਂ ਤਾਂ ਮਨ ਇਸ ਅਸਰ ਨਾਲ ਤਸੱਲੀ ਤੇ ਸਵੈ ਭਰੋਸੇ ਵਿੱਚ ਜਾਂਦਾ ਹੈ, ਪਰ ਅਕਸਰ ਗੁਣੀ ਇਸ ਥਾਵੇਂ ਨਹੀਂ ਟਿਕਦੇ, ਸਗੋਂ ਕਦਰਦਾਨੀ ਦੇ ਬਾਹਰਲੇ ਅਸਰ ਹੇਠ ਇਸੇ ਜੋਗੇ ਹੋ ਜਾਂਦੇ ਹਨ। ਕਦਰ ਜੋ ਪੈਂਦੀ ਹੈ ਬਾਹਰੋਂ, ਉਹ ਦੋ ਸੂਰਤਾਂ ਲੈਂਦੀ ਹੈ, ਮਾਨ ਤੇ ਮਾਇਆ। ਮਾਨ ਨਾਲ ਮਨ ਮਾਨ ਦੀ ਖੁਰਕ ਤੇ ਹੀ ਪਲਣ ਲੱਗ ਜਾਂਦਾ ਹੈ। ਮਾਨ ਨਾਲ ਮਨ ਮਾਨ ਦੀ ਖੁਰਾਕ ਤੇ ਹੀ ਪਲਣ ਲੱਗ ਜਾਂਦਾ ਹੈ। ਜਿਉਂ-ਜਿਉਂ ਮਾਨ ਮਨ ਦੀ ਟੇਕ ਬਣਦਾ ਹੈ, ਤਿਉਂ-ਤਿਉਂ ਮਾਨ ਦੀ ਭੁੱਖ ਵੱਧਦੀ ਹੈ। ਅੰਤ ਮਾਨ ਤੇ ਪਲ ਪਲ ਕੇ ਮਨ ਹੰਕਾਰ ਦੀ ਮੋਟੀ ਜਿਹੀ ਸੂਰਤ ਪਕੜ ਲੈਂਦਾ ਹੈ। ਇਸੇ ਤਰ੍ਹਾਂ ਮਾਇਆ ਮਿਲਣ ਨਾਲ ਮਾਇਆ ਦੀ ਭੁੱਖ ਵੱਧਦੀ ਹੈ। ਜੇ ਲੋੜਾਂ ਪੂਰਨ ਤੋਂ ਵੱਧ ਕੇ ਲੱਭਦੀ ਸੂਰਤ ਫੜ ਲੈਂਦੀ ਹੈ, ਜੋ ਉਹਨਾਂ ਦੀ ਮਾਨਸੀ ਗੁਣਾਂ ਉੱਤੇ ਤੇ ਵਿਸ਼ੇਸ਼ ਕਰਕੇ ਉਸ ਦੇ ਅੰਦਰਲੇ ਸੁਭਾਅ ਉੱਤੇ ਛਾਇਆ ਜਿਹੀ ਆਸ਼ਾ ਦਾਨ ਕਰ ਦਿੰਦੀ ਹੈ। ਇਸ ਕਰਕੇ ਗੁਣੀ ਕਈ ਵਾਰ ਗਿਰਾਓ ਵਿੱਚ ਆ ਕੇ ਭੁੱਲਾਂ ਕਰਦੇ ਤੇ ਸੱਟਾਂ ਸਹਾਰਦੇ ਹਨ। ਇਹੋ ਹਾਲ ਬਲਵੰਡ ਦਾ ਹੋਇਆ। ਜੇ ਤਾਂ ਮਰਦਾਨੇ ਵਾਂਗੂ ਹੁੰਦਾ ਗੁਰੂ ਪ੍ਰੇਮੀ ਤੇ ਕੀਰਤਨ ਕਰਦਾ ਸਤਿਗੁਰ ਨੂੰ ਭੇਟਾ, ਤਾਂ ਸੁਰਤ ਸਫਾ ਰਹਿੰਦੀ। ਜੇ ਸੋਝੀ ਹੁੰਦੀ ਗੁਣ ਦੇ ਦ੍ਰਿਸ਼ਟਾ ਪੱਖ ਦੀ, ਤਾਂ ਵੀ ਸਵੈਮ ਆਧਾਰ ਤੋਂ ਨਾ ਹਿਲਦਾ, ਜੈਸਾ ਕਿ ਉੱਪਰ ਦੱਸ ਆਏ ਹਾਂ। ਪਰ ਬਲਵੰਡ ਦੀ ਜਿਉਂ-ਜਿਉਂ ਕਦਰ ਵਧੀ, ਉਸ ਦੀ ਮਾਣ ਮਾਇਆ ਦੀ ਭੁੱਖ ਵਧੀ। ਗੁਣ ਦਾ ਮੁੱਲ ਮਾਣ ਤੇ ਮਾਇਆ ਦੇ ਵੱਟਿਆਂ ਨਾਲ ਮਨ ਆਪੇ ਹੜਨ ਲੱਗ ਪਿਆ, ਇਉਂ ਕਿ ਪਹਿਲੋਂ ਗੁਣ ਦੀ ਕਦਰ ਨੇ ਟੇਕ ਦਿੱਤੀ, ਫੇਰ ਮਾਣ ਮਿਲੇ ਨੇ ਕਿਹਾ, ਮੈਂ ਵੱਡਾ ਗੁਣੀ ਹਾਂ, ਮੇਰੇ ਜਿਹਾ ਕੋਈ ਨਹੀਂ। ਇਉਂ ਬਹੁਤ ਵਧੀ ਇਹ ਹਉ ਤੇ ਮਨ ਮਾਨੋ ਬੌਰਾਇਆ, ਜੈਸੇ ਰਵਿਦਾਸ ਜੀ ਨੇ ਕਿਹਾ ਹੈ, ਹਮ ਬੜ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨ ਨਾਸੀ। ਕਹੋ ਰਵਿਦਾਸ ਸਭ ਹੈ ਨਹੀਂ ਸਮਝਸ, ਭੂਲ ਪਰੈ ਜੈਸੇ ਬੌਰੇ। ਜੇ ਬਲਵੰਡ ਨਾਮ ਦੇ ਆਧਾਰ ਹੋ ਜਾਂਦਾ, ਤਾਂ ਗੁਣ ਦੀ ਕਦਰ ਦਾ ਅਸਰ ਹਉ ਅਤੇ ਬੌਰਾਪਣ ਨਾ ਪੈਂਦਾ। ਜੈਸਾ ਕਿ ਰਵਿਦਾਸ ਜੀ ਉੱਪਰਲੇ ਸ਼ਬਦ ਦੇ ਅਖੀਰ ਵਿੱਚ ਦੱਸਦੇ ਹਨ ਕਿ ਮੈਂ ਬਚ ਰਿਹਾ ਕਿਕੂ। ਮੋਹੇ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਧਨ ਮੇਰੇ। ਮੋਹੇ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਧਨ ਮੋਰੇ। ਰਾਮਕਲੀ। ਨਾਮ ਦੇ ਆਸਰੇ ਉਸ ਦਾ ਮਨ ਉਜਲ ਸੀ। ਉਸ ਨੇ ਮਾਣ ਤੇ ਮਾਇਆ ਨੂੰ ਸੁਰਤ ਦਾ ਆਧਾਰ ਨਾ ਬਣਾਇਆ। ਨਾਮ ਹੀ ਭਗਤ ਦਾ ਜੀਵਨ, ਪ੍ਰਾਣ ਤੇ ਧਨ ਬਣਿਆ ਰਿਹਾ। ਪਰ ਬਾਣੀ ਦਾ ਕੀਰਤਨੀਆ ਬਲਵੰਡ ਬਾਣੀ ਦੇ ਸਾਰ ਸਿਧਾਂਤ ਨਾਮ ਤੇ ਨਾ ਟਿਕਣ ਕਰਕੇ ਹਮਗੁਣੀ ਦੇ ਹੰਕਾਰ ਵਿੱਚ ਭੂਲ ਪਰੈ ਜੈਸੇ ਬੌਰੇ ਵਾਂਗੂ ਹੋ ਗਿਆ। ਇੱਕ ਦਿਨ ਭਾਈ ਬੁੱਢਾ ਕਿਸੇ ਰੰਗ ਵਿੱਚ ਬੈਠਾ ਸੀ। ਦਿਲ ਦਰਵ ਰਿਹਾ ਸੀ। ਕਿਸੇ ਪ੍ਰੇਮ ਭਾਵ ਵਿੱਚ ਨੈਣ ਸੇਜਲ ਹੋ ਰਹੇ ਸਨ।
ਕਿ ਅਚਾਨਕ ਆ ਨਿਕਲਿਆ ਬਲਵੰਡ। ਬੁੱਢੇ ਨੇ ਕਿਹਾ, ਬਲਵੰਡ ਬਾਬੇ ਦੇ ਪਿਆਰੇ, ਬਾਬੇ ਦਾ ਕੋਈ ਸ਼ਬਦ ਸੁਣਾਓ। ਮਾਨ ਮੱਤੇ ਬਲਵੰਡ ਨੇ ਹੈਂਕੜ ਨਾਲ ਕਿਹਾ, ਹੁਣ ਵੇਲਾ ਵਕਤ ਨਹੀਂ, ਚੌਂਕੀ ਲੱਗੀ ਵੇਲੇ ਆ ਕੇ ਸੁਣ ਲਈ। ਹਰ ਵੇਲੇ ਮੈਂ ਹਰ ਕਿਸੇ ਅੱਗੇ ਨਹੀਂ ਸੁਣਾ ਸਕਦਾ। ਬਾਬਾ ਚੁੱਪ ਹੋ ਗਿਆ ਤੇ ਰਬਾਬੀ ਟੁਰ ਗਿਆ। ਜਦ ਲੌਡੇ ਪੈਰ ਰਬਾਬ ਲੈ ਕੇ ਬਲਵੰਡ ਆਇਆ ਸਤਿਗੁਰ ਜੀ ਪਾਸ, ਤਾਂ ਸਤਿਗੁਰ ਨੇ ਸ਼ਬਦ ਸੁਣਨੋਂ ਨਾ ਕਰ ਦਿੱਤੀ। ਜਦ ਬਲਵੰਡ ਨੇ ਕਾਰਨ ਪੁੱਛਿਆ ਤਾਂ ਆਪ ਨੇ ਕਿਹਾ, ਹੁਣ ਸੁਣਨੇ ਦਾ ਮੇਰਾ ਵਕਤ ਨਹੀਂ। ਜਦੋਂ ਮੇਰੇ ਸੁਣਨੇ ਦਾ ਵੇਲਾ ਸੀ ਤਦੋਂ ਤੈਨੂੰ ਸੁਣਾਉਣ ਦਾ ਨਹੀਂ ਸੀ। ਹਰਿਆਨ ਹੋ ਕੇ ਰਬਾਬੀ ਨੇ ਕਿਹਾ, ਜੀਓ, ਆਪ ਦੇ ਕਹੇ ਤੇ ਤਾਂ ਮੈਂ ਕਦੇ ਨਾ ਨਹੀਂ ਕੀਤੀ। ਗੁਰੂ ਜੀ, ਜਦੋਂ ਸਿੱਖ ਦੇ ਹਿਰਦੇ ਵਿੱਚ ਗੁਰੂ ਨੇ ਬੈਠ ਕੇ ਕਿਹਾ ਸੀ, ਸ਼ਬਦ ਸੁਣਾਓ, ਤੂੰ ਕਿਹਾ ਹੁਣ ਸੁਣਾਉਣੇ ਦਾ ਵਕਤ ਨਹੀਂ। ਹੁਣ ਗੁਰੂ ਆਖਦਾ ਹੈ, ਸੁਣਨੇ ਦਾ ਵਕਤ ਨਹੀਂ। ਬਲਵੰਡ ਸਮਝ ਗਿਆ ਕਿ ਮੈਂ ਜੋ ਭਾਈ ਬੁੱਢੇ ਨੂੰ ਨਾ ਕੀਤੀ, ਉਸ ਗੱਲ ਨੂੰ ਗੁਰੂ ਜੀ ਨੇ ਜਾਣ ਲਿਆ ਹੈ। ਮਾਨ ਮੱਤੀ ਸੁਰ ਵਿੱਚ ਬੋਲਿਆ, ਮੈਂ ਤੁਹਾਡੇ ਅੱਗੇ ਤਾਂ ਗਾਵਾਂ ਤੇ ਹੁਣ ਹਰ ਜੱਟ ਬੂਟ ਅੱਗੇ ਹਰ ਵੇਲੇ ਗਾਉਂਦਾ ਫਿਰਾਂ। ਗੁਰੂ ਜੀ ਸੁਣ ਕੇ ਤੱਕੇ ਤੇ ਫਿਰ ਮੌਨ ਧਾਰ ਲਈ। ਪਰ ਬਲਵੰਡ ਹੰਕਾਰ ਵਿੱਚ ਪੁਕਾਰ ਕੇ ਬੋਲਿਆ, ਨਾ ਸਹੀ ਤੇ ਨਾ, ਸਾਡੇ ਪਾਸ ਗੁਰੂ ਬਾਬੇ ਦੀ ਬਾਣੀ ਹੈ, ਹੋਰ ਦੁਆਰ ਮੰਗ ਖਾਵਾਂਗੇ। ਗੁਣ ਹੈ ਸਾਡੇ ਪਾਸ, ਗੁਣ ਨੂੰ ਕਾਹਦੀ ਘਾਟ, ਇਉਂ ਆਖਦਾ ਟੁਰ ਗਿਆ। 5 ਦਿਨ ਗੁਜ਼ਰ ਗਏ। ਗੁਣੀ ਦੇ ਗੁਣ ਨੂੰ ਕਿਸੇ ਨੇ ਨਾ ਪੁੱਛਿਆ। ਕੀਰਤਨ ਕਰੇ ਤਾਂ ਸੁਣੇ ਕੋਈ ਨਾ। ਲੋਕੀ ਕਹਿਣ, ਜਿਸ ਨੂੰ ਗੁਰੂ ਨੇ ਨਹੀਂ ਸੁਣਿਆ ਅਸੀਂ ਕਿਉਂ ਸੁਣੀਏ। ਇਉਂ ਅਪੁੱਛ ਇਕੱਲ ਭੁੱਖ ਦਾ ਦੁੱਖ ਆ ਗਿਆ। ਸਰੀਰ ਵੀ ਵਿਗੜ ਗਿਆ। ਜਿਵੇਂ ਕਿ ਮਹਿਮਾ ਪ੍ਰਕਾਸ਼ ਵਾਰਤਕ ਦੇ ਸਫਾ 32 ਤੇ ਲਿਖਿਆ ਹੈ, ਫੇਰ ਹੋਸ਼ ਪਰਤੀ ਤੇ ਗੁਰੂ ਦੀ ਕਦਰ ਆਈ, ਤਾਂ ਆ ਸਿੱਖਾਂ ਪਾਸ ਰਜੋਈ ਕੀਤੀ ਕਿ ਮੈਥੋਂ ਭੁੱਲ ਹੋ ਗਈ, ਬਖਸ਼ਵਾਓ। ਸਿੱਖਾਂ ਨੇ ਹਜ਼ੂਰ ਦੇ ਆ ਕੇ ਬੇਨਤੀ ਕੀਤੀ ਤੇ ਭੁੱਲ ਬਖਸ਼ੇ ਜਾਣ ਵਾਸਤੇ ਸਿਫਾਰਿਸ਼ ਕੀਤੀ, ਤਾਂ ਸਤਿਗੁਰਾਂ ਨੇ ਖਿਮਾ ਕਰ ਦਿੱਤੀ ਤੇ ਬਲਵੰਡ ਫੇਰ ਕੀਰਤਨ ਤੇ ਲਾ ਲਿਆ। ਕੁਝ ਸਮਾਂ ਬੀਤ ਗਿਆ। ਬਲਵੰਡ ਹੋਰਾਂ ਨੇ ਚਾਹੋ ਭੁੱਲ ਬਖਸ਼ਾ ਲਈ ਸੀ, ਪਰ ਦਿਲ ਵਿੱਚੋਂ ਹਉਮੈ ਦਾ ਕੰਡਾ ਪੱਟ ਨਹੀਂ ਸੀ ਹੋਇਆ। ਕਾਕੀ ਦਾ ਵਿਆਹ ਆ ਗਿਆ ਤਾਂ ਗੁਰੂ ਜੀ ਤੋਂ ਆਪ ਨੇ 500 ਰੁਪਏ ਦੀ ਮੰਗ ਕੀਤੀ। ਸਾਹਿਬਾਂ ਨੇ ਫਰਮਾਇਆ, ਇਤਨਾ ਰੁਪਈਆ ਨਾ ਖਰਚੋ, ਵਿਵਾਹ ਆਪਣੇ ਵਿੱਤ ਅਨੁਸਾਰ ਕਰੋ, ਪਰ ਜੇ ਤੁਸੀਂ ਨਹੀਂ ਰੁਕ ਸਕਦੇ ਤਾਂ ਠਹਿਰ ਜਾਓ। ਵਿਸਾਖੀ ਪਰ ਸੰਗਤਾਂ ਦੇ ਆਉਣ ਤੇ ਗੁਰੂ ਨਾਨਕ ਗੱਫੇ ਦੇ ਸੀ, ਤੁਸਾਂ ਸੰਭਾਲ ਲੈਣੇ। ਪਰ ਰਬਾਬੀ ਕਾਹਲੇ ਪੈ ਗਏ ਤੇ ਕੁਛ ਹੰਕਾਰ ਦੇ ਬਚਨ ਕਹਿ ਕੇ ਚਲੇ ਗਏ। ਅਗਲੇ ਦਿਨ ਕੀਰਤਨ ਕਰਨ ਲਈ ਨਾ ਆਏ। ਸਤਿਗੁਰ ਨੇ ਸਦਵਾ ਘੱਲਿਆ ਤਾਂ ਵੀ ਉਹ ਨਾ ਆਏ। ਇਸ ਤਰ੍ਹਾਂ ਜਦ 2-3 ਵਾਰੀ ਗੁਰੂ ਜੀ ਨੇ ਸਿੱਖ ਘੱਲੇ, ਉਹਨਾਂ ਦੀ ਹਉ ਵਧੀ ਰਹੀ ਤੇ ਕਠੋਰ ਵਾਕ ਕਹਿ ਕੇ ਨਾ ਕਰ ਦਿੰਦੇ ਰਹੇ। ਅਖੀਰ ਦੀ ਵਾਰੀ ਸੱਦਣ ਗਏ ਸਿੱਖਾਂ ਨੂੰ। ਉਹਨਾਂ ਨੇ ਕਿਹਾ, ਕਿਉਂ ਬਈ ਨਹੀਂ ਨਾ ਸਰਦੀ, ਤਦੇ ਹੀ ਪਲੇ ਸਦ ਘੱਲਦੇ ਹਨ ਨਾ ਗੁਰੂ। ਗੁਰੂ ਕੀ ਸੋਭਾ ਸਰਦਾਰੀ ਸਾਡੀ ਬਣਾਈ ਹੋਈ ਹੈ। ਇਹ ਗੁਰੂ ਕੀ ਗੁਰੂ ਨਾਨਕ ਦੇ ਦਰਬਾਰ ਦੀ ਸੋਭਾ ਵੀ ਸਾਡੇ ਭਰਾ ਮਰਦਾਨੇ ਨੇ ਬਣਾਈ ਸੀ। ਜੇ ਅਸੀਂ ਨਾ ਹੁੰਦੇ ਤਾਂ ਗੁਰੂ ਨਾਨਕ ਗੁਰੂ ਕਿਵੇਂ ਬਣਦੇ, ਤੇ ਉਹਨਾਂ ਦੀ ਦਿੱਤੀ ਪੁੱਤਰਾਂ ਨੂੰ ਵਾਜ ਕੇ ਦਿੱਤੀ ਗੱਦੀ ਇਹਨਾਂ ਦੀ ਕਿਵੇਂ ਫਲਦੀ ਫੁੱਲਦੀ। ਗੁਰੂ ਬਣਾਉਣਾ ਸਾਡੇ ਵੱਸ ਹੈ। हम अब रह के अपर टिग ले गुरु बनाई, हम अधीन कर बे गुरु तुम नाहे न जाना, जहाँ राग हम करेंगे गुर तिसे बनावे। इस तरह ਦੇ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਦੇ ਵਾਕ ਜਦੋਂ ਸਿੱਖਾਂ ਨੇ ਆ ਕੇ ਦੱਸੇ ਤਾਂ ਅਖੋਬ ਹਿਰਦੇ ਵਾਲੇ ਬੋਲੇ, ਅੱਛਾ ਗੁਰੂ ਨਾਨਕ ਗਗਨ ਅਗੰਮ ਨੂੰ ਸਰ ਸੰਧਿਆ ਨੇ ਫਿੱਟ ਗਏ ਹਨ। ਹੁਣ ਨਾ ਜਾਓ, ਗੁਰੂ ਕੀ ਨਿੰਦਾ ਨਾ ਸੁਣੋ ਨਾ ਸੁਣਾਓ। ਹੁਣ ਭਾਈ
ਗੁਰੂ ਨਾਨਕ ਦੇਵ ਦੇ ਨਿੰਦਕਾਂ ਦੀ ਸਾਡੇ ਪਾਸ ਸਿਫਾਰਿਸ਼ ਵੀ ਨਾ ਕਰਨੀ। ਇਹ ਬਚਨ ਕਰਕੇ ਕੀਰਤਨ ਤੇ ਹੋਰ ਪ੍ਰੇਮੀ ਲਾ ਲਏ। ਰਬਾਬੀਆਂ ਦਾ ਮਾਣ ਮੱਤੇ ਹੋ ਜਾਣਾ, ਹੰਕਾਰ ਵਿੱਚ ਫੁਕਾਰਨਾ ਤੇ ਫਿਰ ਗੁਰੂ ਨਾਨਕ ਦੀ ਬੇਅਦਬੀ ਕਰਨ ਤੱਕ ਦੀ ਫਿਟਿਆਣ ਚੜ੍ਹ ਜਾਣੀ ਨਿੱਕੀ ਜਿਹੀ ਗੱਲ ਨਹੀਂ ਸੀ। ਗੁਰਸਿੱਖੀ ਵਿੱਚ ਸਾਰੀ ਗੱਲ ਧੁੰਮ ਗਈ। ਰਬਾਬੀ ਪਹਿਲੋਂ ਘਰ ਬੈਠੇ ਰਹੇ ਕਿ ਗੁਰੂ ਜੀ ਫਿਰ ਮਨਾਉਂਦੇ ਹਨ, ਪਰ ਉਹ ਵਕਤ ਨਾ ਆਇਆ ਤਾਂ ਬਾਹਰ ਅੰਦਰ ਕਈ ਥਾਂ ਫਿਰੇ, ਕਿਸੇ ਨੇ ਮੂੰਹ ਨਾ ਲਾਇਆ। ਜਾਪਦਾ ਹੈ ਕਿ ਉਹਨਾਂ ਦੇ ਅੰਦਰ ਬਹੁਤ ਮਾਣ ਇਹ ਸੀ ਕਿ ਕਰਤਾਰਪੁਰ ਰਹਿਣ ਵਾਲੇ ਗੁਰੂ ਕੇ ਪੁੱਤਰ ਸਾਨੂੰ ਜੀ ਆਇਆਂ ਨੂੰ ਆਖਣਗੇ ਤੇ ਸਾਡੇ ਕੀਰਤਨ ਕਰਨ ਨਾਲ ਸਿੱਖੀ ਇਧਰੋਂ ਉਲਟ ਕੇ ਉਧਰ ਚਲੀ ਜਾਏਗੀ। ਉਹਨਾਂ ਨੂੰ ਆਪਣੇ ਰਾਗ ਦਾ ਹੰਕਾਰ ਸੀ ਕਿ ਗੁਰਿਆਈ ਸਿਰਫ ਰਾਗ ਵਿੱਚ ਹੈ। ਮੂਰਖ ਨਹੀਂ ਸੇ ਸਮਝਦੇ ਕਿ ਉੱਤਰੋਂ ਆਈ ਪਦਵੀ ਹੈ। ਸੋ ਉਹਨਾਂ ਨੇ ਕਰਤਾਰਪੁਰ ਜਾ ਕੇ ਵੀ ਜ਼ੋਰ ਲਾਇਆ, ਪਰ ਇਹ ਕਿਵੇਂ ਹੋ ਸਕਦਾ ਸੀ ਕਿ ਸ੍ਰੀ ਚੰਦ ਜੀ ਤੇ ਲਖਮੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿੰਦਕ ਨੂੰ ਮੂੰਹ ਲਾਉਂਦੇ। ਗੁਰੂ ਪਿਤਾ ਦੀ ਨਿੰਦਾ ਤਾਂ ਉਹ ਵੀ ਸਹਾਰ ਨਹੀਂ ਸਨ ਸਕਦੇ। ਸੋ ਸਭ ਪਾਸਿਆਂ ਤੋਂ ਨਿਰਾਸ਼ ਤੇ ਆਮਦਨ ਤੋਂ ਵਿਰਵੇ ਹੋ ਕੇ ਦੁਖੀ ਹੋਏ। ਸਰੀਰ ਵੀ ਰੋਗੀ ਹੋ ਗਿਆ। ਕੋਈ ਮੂੰਹ ਨਾ ਲਾਵੇ ਤੇ ਨਾ ਹੀ ਕੋਈ ਹੀਆ ਕਰੇ ਗੁਰੂ ਜੀ ਅੱਗੇ ਸਿਫਾਰਿਸ਼ ਕਰਨ ਦਾ। ਤਦ ਹਾਰ ਕੇ ਲਾਹੌਰ ਦੇ ਭਾਈ ਲੱਧੇ ਦੀ ਸ਼ਰਨ ਵਿੱਚ ਜਾ ਪਏ, ਜੋ ਸੇਵਾ ਤੇ ਪਰਉਪਕਾਰ ਵਿੱਚ ਬੜਾ ਭਾਰੀ ਪ੍ਰਸਿੱਧ ਸਿੱਖ ਸੀ। ਭਾਈ ਲੱਧੇ ਨੇ ਉਹਨਾਂ ਦਾ ਦੁੱਖ ਦਾਰੁਣ ਭਿਆਨਕ ਡਿੱਠਾ ਤੇ ਹੁਣ ਪਛਤਾਵਾ ਵੀ ਸੱਚਾ ਤੱਕਿਆ ਤਾਂ ਆਪਣਾ ਮੂੰਹ ਕਾਲਾ ਕੀਤਾ ਤੇ ਇਸ ਤਰ੍ਹਾਂ ਟੁਰਦਾ ਗੁਰੂ ਕੇ ਹਜ਼ੂਰ ਆਪ ਅਪੜਿਆ। ਇਹ ਰੰਗ ਵੇਖ ਕੇ ਸਤਿਗੁਰ ਨੇ ਪੁੱਛਿਆ, ਭਾਈ ਲੱਧਾ, ਇਹ ਕਿਉਂ ਰੰਗ ਬਣਾਇਆ ਹੈ? ਬਿਨੇ ਕੀਤਿਓਸ ਨਿੰਦਕ ਦੀ ਸਿਫਾਰਿਸ਼ ਆਪ ਦੇ ਦਰਬਾਰ ਮਨੇ ਹੈ। ਨਿੰਦਕ ਦਾ ਮੂੰਹ ਕਾਲਾ ਲਿਖਿਆ ਹੈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਜਿਹਾ ਨਿੰਦਕ ਤਿਹਾ ਸਿਫਾਰਸ਼ੀ। ਹਿਤ ਕਾਰਨ ਮੂੰਹ ਕਾਲੇ ਹਾਜ਼ਰੀ ਭਰੀ ਹੈ। ਉਜਲੇ ਮੁਖ ਨਿੰਦਕ ਦਾ ਸਾਥੀ ਹੋ ਕੇ ਕਿੰਝ ਆਉਂਦਾ। ਪਾਤਸ਼ਾਹ ਆਪ ਦੇ ਤਰਕਾਰੇ ਨਿੰਦਾ ਨਾਲ ਆਪੇ ਤਰਕਾਰੇ ਗਏ ਰਬਾਬੀ ਹੁਣ ਪਛਤਾਉਂਦੇ ਹਨ, ਬਖਸ਼ਿਸ਼ ਮੰਗਦੇ ਹਨ। ਪਛੋਤਾਵਾ ਆਪ ਫਰਮਾਇਆ ਕਰਦੇ ਹੋ, ਉਹ ਦੰਡ ਹੈ ਜੋ ਜੀਵ ਆਪਣੇ ਆਪ ਨੂੰ ਦਿੰਦਾ ਹੈ ਤੇ ਇਸੇ ਨਾਲ ਪਾਪ ਦਾ ਸੰਸਕਾਰ ਹੁੰਦਾ ਹੈ। ਜੇ ਮਿਹਰ ਕਰੋ ਤਾਂ ਮੁੜ ਬਖਸ਼ ਜਾਣ। ਮੈਂ ਨਿਸ਼ਚੇ ਕਰ ਆਇਆ ਹਾਂ ਕਿ ਹੁਣ ਸੱਚੇ ਦਿਲੋਂ ਮੰਗਦੇ ਹਨ ਮਾਫੀ। ਦੁੱਖ ਤੇ ਰੋਗ ਵਿੱਚ ਜਾ ਕੇ ਸੁਖ ਦੀ ਕਦਰ ਪਈ ਨੇ। ਨਿੰਦਾ ਤੇ ਝੂਠ ਫੜ ਲੱਗਾ ਦੇਖ ਕੇ ਸੱਚ ਦਿਸ ਪਿਆ ਨੇ। ਗੁਰੂ ਕੀ ਵਡਿਆਈ ਲਖੀ ਨੇ ਹੁਣ ਆਪਣੇ ਕਹੇ ਤੇ ਸਿਰ ਧੁੰਨਦੇ ਹਨ। ਸਤਿਗੁਰ ਜੀ ਪਹਿਲਾਂ ਤਾਂ ਸੁਣਦੇ ਰਹੇ, ਪਰ ਫਿਰ ਬੋਲੇ, ਚੰਗਾ ਭਾਈ ਪਰ ਉਪਕਾਰੀ ਜੀ, ਚੰਗਾ ਬਖਸ਼ੇ। ਸੋ ਐਦਾਂ ਬਖਸ਼ੇ ਜਾ ਕੇ ਆ ਦੋਏ ਚਰਨੀ ਟੱਠੇ। ਦਾਤੇ ਨੇ ਮਿਹਰ ਕੀਤੀ, ਮਨ ਨਿਰਮਲ ਹੋ ਗਿਆ। ਸ਼ਬਦ ਦੀ ਰੰਗਣ ਚੜੀ, ਤਦ ਬਲਵੰਡ ਨੇ ਵਾਰ ਉਚਾਰੀ। ਟਿੱਕੇ ਦੀ ਵਾਰ ਸਨਮੁਖ ਹੋ ਕੇ ਸਤ ਤੇ ਨਿਆਂ ਦੀ ਕੀਰਤ ਗਾਵੀ। ਬਖਸ਼ੇ ਗਏ ਭੁੱਲਣਹਾਰ। ਨਾ ਕੇਵਲ ਬਖਸ਼ੇ ਗਏ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਪਾਵਨ ਬੀੜ ਵਿੱਚ ਦਰਜ ਕੀਤੀ। ਬਖਸ਼ਿਆ ਗਿਆ, ਬਖਸ਼ਾਵਣ ਆਇਆ ਭਾਈ ਲੱਧਾ। ਉਹਨਾਂ ਦਾ ਨਾਮ ਗੁਰੂ ਰਸਨਾ ਤੋਂ ਪੈ ਗਿਆ। ਭਾਈ ਲੱਧਾ ਪਰ ਉਪਕਾਰੀ, ਇਹ ਨਾਮ ਭਾਈ ਗੁਰਦਾਸ ਜੀ ਦੇ ਗਿਣੇ ਸਿੱਖਾਂ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ। ਸੂਰਜ ਪ੍ਰਕਾਸ਼ ਵਿੱਚ ਇਹ ਵਾਕਿਆ ਸੱਤੇ ਬਲਵੰਡ ਦਾ 5ਵੇਂ ਸਤਿਗੁਰਾਂ ਸਮੇਂ ਹੋਇਆ ਲਿਖਿਆ ਹੈ। ਕਾਰਨ ਵਿਸ਼ੇਸ਼ ਇਹ ਵੀ ਜਾਪਦਾ ਹੈ ਕਿ ਭਾਈ ਗੁਰਦਾਸ ਦੇ 11ਵੀਂ ਵਾਰ ਦੇ ਟੀਕੇ ਭਗਤ ਰਤਨਾਵਲੀ ਵਿੱਚ ਲੱਧਾ ਜੀ ਦਾ ਨਾਮ ਜਿੱਥੇ ਕੁ ਆਇਆ ਹੈ, ਉਹ 5ਵੇਂ ਸਤਿਗੁਰਾਂ ਦੇ ਸਿੱਖਾਂ ਵਿੱਚ ਆਇਆ ਹੈ। ਯਥਾ ਭਾਈ ਲੱਧਾ ਪਰ ਉਪਕਾਰੀ ਵਾਰ 11-25। ਪਰ ਕਵੀ ਜੀ ਇਹ ਗੱਲ ਵੀ ਲਿਖਦੇ ਹਨ, ਸੱਤੇ ਅਰ ਬਲਵੰਡ ਕਥਾ ਕੋ ਕੇਤਕ ਸਿੱਖ ਕਹੈ ਇਸ ਭਾਏ। ਸ੍ਰੀ ਗੁਰੂ ਅਮਰ ਹਦੂਰ ਭਏ ਹੈਂ
ਤਿੰਨੋਂ ਨਿਕਾਸੇ ਪੁਨਹ ਮਿਲਾਏ। ਪਰ ਕਵੀ ਜੀ ਨੇ ਇਸ ਗੱਲ ਨੂੰ ਆਪ ਨਹੀਂ ਮੰਨਿਆ। ਥੋੜਾ ਚਿਰ ਹੋਇਆ ਹੈ ਕਿ ਟਿੱਕੇ ਦੀ ਵਾਰ ਦੇ ਟੀਕੇ ਵਿੱਚ ਅਸੀਂ ਵੀ ਕਵੀ ਸੰਤੋਖ ਸਿੰਘ ਜੀ ਵਾਲੀ ਗੱਲ ਠੀਕ ਸਮਝ ਕੇ ਧਾਰਨ ਕੀਤੀ ਸੀ, ਪਰ ਠੀਕ ਮਗਰੋਂ ਸਾਨੂੰ ਸ਼ਰਤ ਪਈ ਕਿ ਅੰਮ੍ਰਿਤਸਰ ਵਾਲੇ ਭਾਈ ਗਿਆਨ ਸਿੰਘ ਜੀ ਗਿਆਨੀ ਦੇ ਭਰਾਤਾ ਭਾਈ ਨਿਧਾਨ ਸਿੰਘ ਜੀ ਕਿਹਾ ਕਰਦੇ ਸਨ ਕਿ ਸਾਡੇ ਪਿਤਾ ਭਾਈ ਬਿਸ਼ਨ ਸਿੰਘ ਜੀ ਗਿਆਨੀ ਦੱਸਿਆ ਕਰਦੇ ਸਨ ਕਿ ਇਹ ਵਾਰਤਾ ਦੂਸਰੇ ਗੁਰੂ ਸਾਹਿਬ ਦੇ ਦਰਬਾਰ ਹੋਈ ਹੈ। ਇਸ ਤੋਂ ਮਗਰੋਂ ਪਹਿਲਾਂ ਸਾਨੂੰ ਮਹਿਮਾ ਪ੍ਰਕਾਸ਼ ਛੰਦਾਬੰਦੀ ਦਾ ਲਿਖਤੀ ਪੁਰਾਤਨ ਗ੍ਰੰਥ ਲੱਭ ਪੈਣ ਦਾ ਸੁਭਾਗ ਹੋਇਆ, ਜੋ ਪੋਥੀ ਸੰਮਤ 1833 ਬਿਕਰਮੀ ਦੀ ਲਿਖੀ ਗਈ ਹੈ। ਇਸ ਤੋਂ ਮਗਰੋਂ ਲਿਖਤੀ ਪੋਥੀ ਮਹਿਮਾ ਪ੍ਰਕਾਸ਼ ਵਾਰਤਕ ਵੀ ਮਿਲ ਗਈ। ਇਸ ਦਾ ਸੰਮਤ 1799 ਸਫਾ 182। ਇਹਨਾਂ ਦੋਹਾਂ ਮਹਿਮਾ ਪ੍ਰਕਾਸ਼ਾਂ ਵਿੱਚ ਉੱਪਰ ਕਥਿਆ ਬਲਵੰਡ ਦਾ ਵਾਕਿਆ ਦੂਸਰੇ ਸਤਿਗੁਰਾਂ ਦੇ ਸਮੇਂ ਹੋਇਆ ਲਿਖਿਆ ਹੈ, ਪਰ ਇਹਨਾਂ ਵਿੱਚ ਕਥਾ ਇਤਨੀ ਹੀ ਹੈ ਕਿ ਬਾਬੇ ਬੁੱਢੇ ਦੇ ਕਹਿਣ ਤੇ ਬਲਵੰਡ ਨੇ ਕੀਰਤਨ ਨਾ ਕੀਤਾ। ਗੁਰੂ ਜੀ ਨੇ ਸਿੱਖ ਮੱਤ ਦਿੱਤੀ ਤਾਂ ਗੁੱਸੇ ਹੋ ਕੇ ਟੁਰ ਗਿਆ। ਅਤ ਦੁਖੀ ਹੋਇਆ, ਸਰੀਰ ਵਿਗੜ ਗਿਆ ਤਾਂ ਸਿੱਖਾਂ ਪਾਸ ਆ ਕੇ ਰੋਇਆ। ਸਿੱਖਾਂ ਨੇ ਸਿਫਾਰਿਸ਼ ਕੀਤੀ ਤੇ ਸਤਿਗੁਰਾਂ ਨੇ ਬਖਸ਼ ਦਿੱਤਾ। ਹੋਰ ਵਿਵਾਹ ਆਦਿਕ ਦੀ ਗੱਲਬਾਤ ਨਹੀਂ ਲਿਖੀ ਜੋ ਸੂਰਜ ਪ੍ਰਕਾਸ਼ ਆਦਿ ਗ੍ਰੰਥਾਂ ਵਿੱਚ ਹੈ। ਪਰ ਵਿਵਾਹ ਵਾਲੀ ਗੱਲ ਤੇ ਰੁਪਈਆਂ ਪਿੱਛੇ ਰੁੱਸਣਾ ਤੇ ਗੁਰੂ ਨਾਨਕ ਦੇਵ ਜੀ ਦੀ ਨਿੰਦਾ ਕਰਨੀ ਜੋ ਸੂਰਜ ਪ੍ਰਕਾਸ਼ ਵਿੱਚ ਹੈ, ਹੋਈ ਸਹੀ ਹੁੰਦੀ ਹੈ, ਕਿਉਂਕਿ ਟਿੱਕੇ ਦੀ ਵਾਰ ਵਿੱਚ ਉਹਨਾਂ ਆਪ ਆਖੀਆਂ ਗੱਲਾਂ ਦਾ ਉਧਾਰ ਉਹਨਾਂ ਵੱਲੋਂ ਸਪਸ਼ਟ ਪਿਆ ਦਿਸਦਾ ਹੈ। ਚਾਹੇ ਦੋਏ ਪ੍ਰਸੰਗ ਦੂਸਰੀ ਪਾਤਸ਼ਾਹੀ ਦੇ ਸਮੇਂ ਹੋਏ, ਚਾਹੋ ਪਹਿਲਾਂ, ਬਾਬੇ ਬੁੱਢੇ ਵਾਲਾ ਦੂਸਰੇ ਸਤਿਗੁਰਾਂ ਦੇ ਵੇਲੇ ਤੇ ਦੂਸਰਾ ਨਿੰਦਾ ਕਰਨ ਵਾਲਾ ਪੰਜਵੇਂ ਸਤਿਗੁਰਾਂ ਦੇ ਵੇਲੇ ਹੋਇਆ, ਤੇ ਚਾਹੋ ਤੀਸਰੇ ਸਤਿਗੁਰ ਵੇਲੇ ਹੋਇਆ। ਦੋਏ ਮਹਿਮਾ ਪ੍ਰਕਾਸ਼ ਇਸ ਵਕਤ ਤੱਕ ਦੇ ਮਿਲੇ ਗ੍ਰੰਥਾਂ ਵਿੱਚੋਂ ਪੁਰਾਤਨ ਗ੍ਰੰਥ ਹੋਣ ਕਰਕੇ ਅਸਾਂ ਬਲਵੰਡ ਦਾ ਪ੍ਰਸੰਗ ਇੱਥੇ ਦੂਸਰੀ ਪਾਤਸ਼ਾਹੀ ਦੇ ਜੀਵਨ ਵਿੱਚ ਦੇ ਦਿੱਤਾ ਹੈ, ਪਰ ਅਜੇ ਹੋਰ ਖੋਜ ਜਾਰੀ ਰੱਖੀ ਹੋਈ ਹੈ। ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਲਿਖਿਆ ਹੈ ਕਿ ਤਥਾ ਬਲਵੰਡ ਨੇ ਟਿੱਕੇ ਦੀ ਵਾਰ ਆਖੀ, ਪਰ ਮਹਿਮਾ ਪ੍ਰਕਾਸ਼ ਛੰਦਾਬੰਦੀ ਅਨੁਸਾਰ ਬਲਵੰਡ ਨੇ 4 ਪੌੜੀਆਂ ਤਾਂ ਬਖਸ਼ੇ ਜਾਣ ਵੇਲੇ ਉਚਾਰੀਆਂ ਤੇ ਪੰਜਵੀਂ ਤਦੋਂ ਉਚਾਰੀ ਜਦੋਂ ਗੁਰੂ ਜੀ ਖਾਨ ਰਜਾਦੇ ਤੋਂ ਫੇਰ ਖਡੂਰ ਮੁੜ ਕੇ ਆਏ। ਤੀਜੀ ਵਿੱਚ ਨਾਮ ਬਲਵੰਡ ਦਾ ਹੈ। 5 ਪੌੜੀਆਂ ਤੋਂ ਬਾਅਦ ਟਿੱਕੇ ਦੀ ਵਾਰ ਦੀ ਪੌੜੀ 5 ਤੇ 6 ਵਿੱਚ ਸੱਤੇ ਦਾ ਨਾਮ ਹੈ। ਸੋ ਪਹਿਲੀਆਂ 5 ਬਲਵੰਡ ਤੇ ਪਿਛਲੀਆਂ 3 ਸੱਤੇ ਦੀਆਂ ਸਹੀ ਹੁੰਦੀਆਂ ਸਨ। ਪਹਿਲੀਆਂ 5 ਦੀ ਰਚਨਾ ਤੇ ਦੂਜੀਆਂ 3 ਦੀ ਰਚਨਾ ਸਪਸ਼ਟ 2 ਪੁਰਖਾਂ ਦੀ ਰਚਨਾ ਦਿਸ ਰਹੀ ਹੈ। 5 ਵਿੱਚ ਦੂਸਰੇ ਸਾਹਿਬਾਂ ਦਾ ਜ਼ਿਕਰ ਚੱਲਦਾ ਹੈ, 6ਵੀਂ ਵਿੱਚ ਤੀਸਰੇ ਸਾਹਿਬਾਂ ਦਾ, 7ਵੀਂ ਵਿੱਚ ਚੌਥੇ ਸਾਹਿਬਾਂ ਦਾ ਤੇ 8ਵੀਂ ਵਿੱਚ 5ਵੇਂ ਸਾਹਿਬਾਂ ਦਾ। ਜੇ ਵਾਰ ਦੋਹਾਂ ਨੇ ਇੱਕ ਸਮੇਂ ਰਚੀ ਤਾਂ ਵਾਕਿਆ 5ਵੇਂ ਸਾਹਿਬਾਂ ਦੇ ਸਮੇਂ ਹੋਇਆ ਸਹੀ ਹੋਇਆ। ਜੇ ਬਲਵੰਡ ਨੇ 5ਵੀਂ ਪੌੜੀ ਖਡੂਰ ਮੁੜ ਆਉਣ ਤੇ ਆਖੀ, ਜੈਸਾ ਕਿ ਉਸ ਦੀ ਇਬਾਰਤ ਦੱਸਦੀ ਹੈ, ਤਾਂ ਪਹਿਲੀਆਂ 4 ਜ਼ਰੂਰ ਪਹਿਲੇ ਕਹੀਆਂ ਹੋਣਗੀਆਂ। ਇਸ ਤੇ ਵਾਕਿਆ ਦੂਸਰੇ ਸਾਹਿਬਾਂ ਦੇ ਵੇਲੇ ਹੋਇਆ ਸਹੀ ਹੋ ਗਿਆ। ਫਿਰ ਸੱਤੇ ਦੀਆਂ ਮਗਰਲੀਆਂ 3 ਹਰ ਗੁਰੂ ਸਾਹਿਬ ਦੇ ਤਿਲਕ ਸਮੇਂ ਉਚਾਰੀਆਂ ਮੰਨਣੀਆਂ ਹੋਣਗੀਆਂ। ਇਸ ਵਾਰ ਦਾ ਪ੍ਰਸਿੱਧ ਨਾਮ ਵੀ ਟਿੱਕੇ ਦੀ ਵਾਰ ਇਸੇ ਕਰਕੇ ਸਹੀ ਹੁੰਦਾ ਹੈ, ਜਾਂ ਇਉਂ ਕਿ ਪਹਿਲਾ ਵਾਕਿਆ ਭਾਈ ਬੁੱਢੇ ਵਾਲਾ ਤਾਂ ਦੂਸਰੇ ਸਾਹਿਬਾਂ ਵੇਲੇ ਹੋਇਆ ਤੇ ਦੂਸਰਾ ਵਾਕਿਆ ਧੀ ਦੇ ਵਿਆਹ ਵਾਲਾ ਤੀਸਰੇ ਜਾਂ 5ਵੇਂ ਸਤਿਗੁਰਾਂ ਦੇ ਵੇਲੇ ਹੋਇਆ,
क्योंकि सत्ता भी दान का जिक्र करता है। यथा दान जे सतगुर भावसी सो सत्य दान। जिस विच मन्निया है कि असां जो इन्ना ही दान लैण दा हठ कीता सी गलत सी, जो गुरु ਨੂੰ ਭਾਵੇ ਉਹੀ ਦਾਨ ਠੀਕ ਹੈ। ਇਹ ਗੱਲ ਉਹ ਤੀਸਰੇ ਸਤਿਗੁਰ ਲਈ ਉਚਾਰੀ ਪੌੜੀ ਵਿੱਚ ਲਿਖਦਾ ਹੈ, ਜਿਸ ਤੋਂ ਇਸ ਵਾਕਿਆ ਦੇ ਹੋਣ ਦੀ ਕੁਝ ਸੰਭਾਵਨਾ ਤੀਸਰੇ ਸਤਿਗੁਰਾਂ ਦੇ ਸਮੇਂ ਤੇ ਜਾ ਪੈਂਦੀ ਹੈ। ਹਰ ਹਾਲ ਸਮਾਂ ਠੀਕ ਨਿਸ਼ਚਿਤ ਕਰਨੇ ਲਈ ਹੋਰ ਖੋਜ ਦੀ ਅਜੇ ਕੁਝ ਆਕਾਂਖਿਆ ਹੈ। ਵਿਸ਼ੇਸ਼ ਸਹੀ ਗੱਲ ਹੁਣ ਤੱਕ ਜ਼ਮਾਨਾ ਤੋਂ ਇਹੀ ਸਿੱਧ ਹੁੰਦੀ ਹੈ ਕਿ ਪਹਿਲੀਆਂ 4 ਪੌੜੀਆਂ ਬਲਵੰਡ ਨੇ ਬਖਸ਼ੇ ਜਾਣ, ਪਰ ਦੂਸਰੇ ਸਤਿਗੁਰਾਂ ਦੇ ਸਮੇਂ ਉਚਾਰੀਆਂ। 5ਵੀਂ ਪੌੜੀ ਦੂਸਰੇ ਸਤਿਗੁਰ ਜੀ ਦੇ ਖਾਨ ਰਜਾਦੇ ਤੋਂ ਖਡੂਰ ਵਾਪਸ ਆਉਣ ਪਰ ਬਲਵੰਡ ਨੇ ਉਚਾਰੀ, ਤੇ ਅਗਲੀਆਂ 3 ਤੀਜੇ, ਚੌਥੇ ਤੇ 5ਵੇਂ ਗੁਰੂ ਸਾਹਿਬਾਂ ਦੇ ਗੱਦੀ ਸਮੇਂ ਸੱਤੇ ਨੇ ਉਚਾਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 35ਵੀਂ। ਚੌਧਰੀ ਮਲੂਕਾ। ਗੁਰੂ ਜੀ ਦੀ ਆਤਮ ਆਭਾ ਤੇ ਸੱਤਿਆ ਦਾ ਇਹ ਅਸਰ ਸੀ ਕਿ ਆਪ ਜੀ ਦੇ ਵਾਕ ਸੱਤਾ ਨਾਲ ਤਾਂ ਰੋਗੀ ਰਾਜ਼ੀ ਹੁੰਦੇ ਹੀ ਸਨ, ਸਗੋਂ ਲਿਖਿਆ ਹੈ ਕਿ ਸਵੇਰੇ ਸਮਾਧੀ ਮਗਰੋਂ ਜਦ ਕਿਸੇ ਤੇ ਪਹਿਲੀ ਨਜ਼ਰ ਪੈਂਦੀ ਤਾਂ ਉਸ ਨੂੰ ਅਰੋਗਤਾ ਹੋ ਜਾਂਦੀ। ਇਸ ਕਰਕੇ ਦੂਰੋਂ ਦੂਰੋਂ ਲੋਕੀ ਆ ਹਾਜ਼ਰ ਹੁੰਦੇ ਤੇ ਸਰੀਰਕ ਤੇ ਆਤਮਿਕ ਸੁੱਖ ਲੈਂਦੇ। ਪਿੱਛੇ ਇਹ ਗੱਲ ਦੱਸ ਆਏ ਹਾਂ ਕਿ ਖਡੂਰ ਵਿੱਚ ਇੱਕ ਤਾਂ ਸੀ ਚੌਧਰੀ ਮਹਿਮਾ, ਮਾਈ ਵਰਾਈ ਦਾ ਘਰ ਵਾਲਾ। ਇਸ ਦਾ ਨਿਸ਼ਚਾ ਭਰੋਸਾ ਆਪਣੀ ਸੁਭਾਗ ਇਸਤਰੀ ਵਾਂਗੂ ਅਨਿੰਨ ਸੀ ਸ੍ਰੀ ਗੁਰੂ ਜੀ ਉੱਪਰ। ਦੂਸਰਾ ਚੌਧਰੀ ਸੀ ਜਿਸ ਦਾ ਨਾਮ ਸੀ ਤਖਤ ਮਲ ਖਹਿਰਾ। ਇਹ ਵੀ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋ ਗਿਆ ਸੀ। ਗੁਰੂ ਕੇ ਲੰਗਰ ਵਿੱਚ ਦੁੱਧ ਪਹਿਲੋਂ ਇਸੇ ਘੱਲਣਾ ਸ਼ੁਰੂ ਕੀਤਾ ਲਿਖਿਆ ਹੈ। ਇਹ ਆਏ ਗਏ ਸਿੱਖ ਸੇਵਕ ਦੀ ਸੇਵਾ ਸੰਭਾਲ ਵਿੱਚ ਵੀ ਹਿੱਸਾ ਲੈਂਦਾ ਹੁੰਦਾ ਸੀ। ਇੱਕ ਹੋਰ ਸੀ ਚੌਧਰੀ, ਇਸ ਦਾ ਨਾਂ ਸੀ ਮਲੂਕਾ। ਇਹ ਸ਼ਰਾਬੀ ਕਬਾਬੀ ਵੀ ਤਕੜਾ ਸੀ। ਇਹ ਚੌਧਰੀ ਗੁਰੂ ਜੀ ਨਾਲ ਖੁਣਸ ਰੱਖਦਾ ਸੀ। ਇਸ ਚੌਧਰੀ ਨੂੰ ਮਿਰਗੀ ਦੀ ਬਿਮਾਰੀ ਹੋ ਗਈ। ਬਥੇਰੇ ਦਵਾ ਦਾਰੂ ਕੀਤੇ। ਪਿੰਡ ਦੇ ਜੋਗੀ ਨੇ ਵੀ ਆਪਣੇ ਕਈ ਵਾਹ ਲਾਏ, ਪਰ ਮਿਰਗੀ ਪੈਣੋਂ ਨਾ ਹਟੀ। ਫਿਰ ਉਸ ਦੇ ਸਾਕ ਸੈਣ ਉਸ ਨੂੰ ਪ੍ਰੇਰ ਕੇ ਗੁਰੂ ਕੇ ਹਜ਼ੂਰ ਲੈ ਆਏ। ਚੌਧਰੀ ਮੱਥਾ ਟੇਕ ਕੇ ਬੈਠ ਗਿਆ। ਸਤਿਗੁਰਾਂ ਨੇ ਸੁੱਖ ਸਾਂਦ ਪੁੱਛੀ ਤਾਂ ਉਸ ਦੱਸਿਆ, ਹੋਰ ਤਾਂ ਸਾਰੇ ਸੁੱਖ ਹਨ, ਇੱਕ ਮਿਰਗੀ ਦੀ ਕਸਰ ਆ ਪੈਂਦੀ ਹੈ। ਉਸ ਨੇ ਜੀਵਨ ਕੌੜਾ ਕਰ ਰੱਖਿਆ ਹੈ। ਸਤਿਗੁਰ ਜੀ ਨੇ ਪੁੱਛਿਆ, ਖਾਂਦੇ ਪੀਂਦੇ ਕੀ ਹੋ? ਤਾਂ ਚੌਧਰੀ ਨੇ ਸਾਰਾ ਕੁਝ ਦੱਸਿਆ। ਫਿਰ ਆਪ ਨੇ ਪੁੱਛਿਆ, ਸ਼ਰਾਬ ਵੀ ਵਰਤਦੇ ਹੋ? ਆਖਣ ਲੱਗਾ, ਉਸੇ ਦੇ ਆਸਰੇ 4 ਦਿਨ ਚੰਗੇ ਲੱਗਦੇ ਹਨ। ਗੁਰੂ ਜੀ ਸੁਣ ਕੇ ਚੁੱਪ ਕਰ ਗਏ ਤੇ ਰੁਖ ਹੋਰ ਪਾਸੇ ਕਰ ਲਿਆ। ਚੌਧਰੀ ਨੇ ਫਿਰ ਹੱਥ ਜੋੜੇ ਤੇ ਉਸ ਦੇ ਸਾਥੀ ਨੇ ਆਖਿਆ, ਮਹਾਰਾਜ ਕਰੋ ਕਿਰਪਾ, ਕੋਈ ਰੇਖ ਵਿੱਚ ਮੇਖ ਮਾਰੋ, ਜੋ ਕੀਤੇ ਮਿਟ ਜਾਣ ਤੇ ਚੌਧਰੀ ਵੱਲ ਹੋ ਜਾਵੇ। ਗੁਰੂ ਜੀ, ਭਾਈ ਚੌਧਰੀ, ਤੂੰ ਸ਼ਰਾਬ ਛੱਡ ਦੇ, ਤੈਨੂੰ ਮਿਰਗੀ ਛੱਡ ਜਾਵੇਗੀ। ਫੇਰ ਪੀਏਗਾ ਤੇ ਫੇਰ ਨਹੀਂ ਰੁਕੇਗੀ। ਚੌਧਰੀ, ਅੱਛਾ, ਸ਼ਰਾਬ ਛੱਡਦਿਆਂ ਤਾਂ ਕਸੀਸ ਵੱਟ ਕੇ ਲਓ। ਗੁਰੂ ਜੀ ਛੱਡੀ ਤੇ ਹੁਣ ਤੋਂ ਛੱਡ ਦਿੱਤੀ ਸ਼ਰਾਬ। ਗੁਰੂ ਜੀ, ਸ਼ਾਬਾਸ਼ ਚੌਧਰੀ। ਫਿਰ ਮਿਰਗੀ ਵੀ ਗਈ ਸ਼ਰਾਬ ਦੇ ਨਾਲ। ਮੱਥਾ ਟੇਕ ਕੇ ਚਲਾ ਗਿਆ। ਚੌਧਰੀ ਤੇ ਸੱਚਮੁੱਚ ਛੱਡ ਦਿੱਤੀ ਉਸ ਸ਼ਰਾਬ। ਮਿਰਗੀ ਵੀ ਮੁੜ ਨਹੀਂ ਪਈ। ਲੰਘ ਗਏ ਕੋਈ 2 ਕੇ ਵਧੇਕ ਬਰਸ,
ਪਰ ਫਿਰ ਰੌਂ ਆ ਗਿਆ ਸ਼ਰਾਬ ਪੀਣ ਦਾ। ਇੱਕ ਦਿਨ ਕਾਲੀਆਂ ਕਟਾਂ ਚੜ੍ਹੀਆਂ, ਚੌਧਰੀ ਧੁਰ ਛੱਤੇ ਬੈਠਾ ਪੀ ਪੀ ਕੇ ਮਤਵਾਲਾ ਹੋ ਗਿਆ। ਲੱਗਾ ਨਸ਼ੇ ਦੇ ਜ਼ੋਰ ਨਾਲ ਬਕਣ ਤੇ ਝੂਮਣ, ਉਲਰਨ। ਇਸੇ ਹਾਲ ਘੁੰਮਦਾ ਛੱਤੋਂ ਡਿੱਗ ਪਿਆ ਤੇ 6 ਵਰ੍ਹਿਆਂ ਦਾ ਹੋ ਗਿਆ। ਹਾਂ, ਭੈੜੀ ਵਹਿਬਤ ਦਾ ਸ਼ਿਕਾਰ ਹੋ ਗਿਆ। ਇਹ ਵੀ ਲਿਖਿਆ ਹੈ ਕਿ ਖਡੂਰ ਵਿੱਚ ਇੱਕ ਜੋਗੀ ਸ਼ਰਾਬੀ ਸੀ ਤਕੜਾ। ਉਸ ਨੂੰ ਵੀ ਇਸ ਦੀ ਸੋਭਤ ਸੀ। ਉਸ ਦੀ ਸੋਭਤ ਵਿੱਚ ਫੇਰ ਪੀਣ ਲੱਗ ਪਿਆ। ਬਾਰ-ਬਾਰ ਉਹੀ ਕਰਮ ਕਰਦਿਆਂ ਸੁਭਾਅ ਬਣ ਜਾਂਦਾ ਹੈ। ਸੁਭਾਅ ਬੜਾ ਪ੍ਰਬਲ ਹੁੰਦਾ ਹੈ। ਜੇ ਕਿਸੇ ਸੁਭਾਅ ਨੂੰ ਮੋੜਾ ਪੈ ਜਾਵੇ ਤਾਂ ਮਾੜੀ ਸੋਭਤ ਕਿ ਕੁਸੰਗ ਫੇਰ ਵਹਿਬਤਾਂ ਨੂੰ ਜਗਾ ਦਿੰਦਾ ਹੈ। ਗੁਰੂ ਜੀ ਨੇ ਉਸ ਦਿਨ ਆਪਣੇ ਦੀਵਾਨ ਦੇ ਕੀਰਤਨ ਵਿੱਚ ਅਲਾਣੀਆਂ ਦੇ ਸ਼ਬਦਾਂ ਦਾ ਉਚਾਰ ਕਰਵਾਇਆ, ਜੋ ਸਿੱਖਾਂ ਨੂੰ ਮੌਤ ਯਾਦ ਰਹੇ ਤੇ ਮਾੜੇ ਕੰਮਾਂ ਵਿੱਚ ਪ੍ਰਵਿਰਤ ਨਾ ਹੋਇਆ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।